ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾ। ਘਰ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਲੱਖ 84 ਹੀ ਬ੍ਰਹਮ ਦੇ ਦੁਲਭ ਜਨਮ ਅਬ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪੰਜਵਾ। ਘਰ ਤੀਜਾ। ਮਾਰੂ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੀਜੇ ਸੁਰ ਤਾਲ ਦੇ ਵਿੱਚ ਅਸ਼ਟਪਦੀਆਂ 8 ਪਦੀਆਂ ਵਾਲੀ ਇਹ ਗੁਰਬਾਣੀ ਉਚਾਰਨ ਕਰਦੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਹੈ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਹਰ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਲੱਖ 84 ਭ੍ਰਮ ਤੇ ਇਹ ਜੀਵ 84 ਲੱਖ ਜੂਨੀਆਂ ਦੇ ਵਿੱਚ ਪਾਉਂਦਿਆਂ ਦੁਲਭ ਜਨਮ ਅਬ ਪਾਇਓ। ਹੁਣ ਤੋਂ ਕਠਿਨਦਾਈ ਨਾਲ ਪ੍ਰਾਪਤ ਹੋਣ ਵਾਲੇ ਮਨੁੱਖਾ ਜਨਮ ਨੂੰ ਪਾਇਆ ਹੈ। ਰੇ ਮੂੜੇ ਹੇ ਮੂਰਖ ਜੀਵ ਤੂੰ ਹੋਸ਼ੈ ਰਾਸਾਂ ਲਪਟਾਇਓ। ਪਰ ਤੂੰ ਤੁਛ ਮਾਤਰ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਲੰਬੜ ਹੋ ਰਿਹਾ ਹੈ। ਅੰਮ੍ਰਿਤ ਸੰਗ ਬਸਤ ਹੈ ਤੇਰਾ। ਮੁਕਤੀ ਦੇ ਦਾਤੇ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਤੇਰੇ ਹਿਰਦੇ ਦੇ ਨਾਲ ਵਸਦਾ ਹੈ। ਵਿਖਿਆ ਸਿਉ ਉਰ ਜਾਇਓ। ਪਰ ਤੂੰ ਜ਼ਹਿਰ ਮਾਇਆ ਦੇ ਨਾਲ ਉਲਝਿਆ ਪਿਆ ਪਾ ਫਸਿਆ ਪਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਰਤਨ ਜਵੇ ਹਰ ਬਨ ਜਨ ਆਇਓ। ਇਹ ਜੀਵ ਤੂੰ ਪਰਲੋਕ ਤੋਂ ਮਾਤ ਲੋਕ ਦੇ ਵਿੱਚ ਸਵਾਸਾਂ ਰੂਪੀ ਪੂੰਜੀ ਲੈ ਕੇ ਗੁਰ ਸ਼ਬਦ ਰੂਪ ਰਤਨ ਜਾਂ ਵੈਰਾਗ ਰੂਪ ਰਤਨ ਅਤੇ ਗਿਆਨ ਰੂਪ ਜਵੇਹਰ ਨੂੰ
ਖਰੀਦਣ ਵਾਸਤੇ ਆਇਆ ਸੀ। ਕਾਲਰ ਲਾਦ ਚਲਾਇਓ। ਪਰ ਇਥੋਂ ਆਪਣੀ ਅੰਤःਕਰਨ ਰੂਪ ਗੱਡੀ ਉੱਪਰ ਵਿਸ਼ਿਆਂ ਰੂਪੀ ਕਲਰ ਲੱਦ ਕੇ ਚੱਲ ਰਿਹਾ ਹੈ। ਜਿਹ ਕਰਮ ਹੈ ਤੁਧ ਰਹਿਣਾ ਬਸਨਾ। ਜਿਸ ਪਰਲੋਕ ਰੂਪੀ ਘਰ ਦੇ ਵਿੱਚ ਤੂੰ ਵਸਦੇ ਰਹਿਣਾ ਹੈ। ਸੋ ਕਾਰ ਚੀਤ ਨ ਆਇਓ। ਉਹ ਪਰਲੋਕ ਰੂਪੀ ਘਰ ਜਾਂ ਸਾਧ ਸੰਗਤ ਰੂਪੀ ਘਰ ਤੇਰੇ ਚਿੱਤ ਵੀ ਨਹੀਂ ਆਇਆ ਹੈ। ਬਿਲਕੁਲ ਨਕੰਮੀ ਜ਼ਮੀਨ ਜਿਸ ਵਿੱਚ ਕੁਝ ਵੀ ਪੈਦਾ ਨਾ ਹੋਵੇ, ਉਹਨੂੰ ਕਲਰੀ ਜ਼ਮੀਨ ਕਹਿੰਦੇ ਨੇ। ਇਸ ਵਿੱਚ ਕਈ ਕਿਸਮ ਦੀਆਂ ਖਾਰਾਂ ਹੁੰਦੀਆਂ ਨੇ ਜੋ ਬੀਜ ਨੂੰ ਸਾੜ ਦਿੰਦੀਆਂ ਨੇ। ਇਸ ਤੋਂ ਮੁਰਾਦ ਨਕੰਮੇ ਦੀ ਹੁੰਦੀ ਹੈ। ਸਤਿਗੁਰੂ ਜੀ ਨੇ ਇੱਥੇ ਨਕੰਮੇ ਦਾ ਭਾਵ ਲਿਆ, ਜਿਵੇਂ ਇੱਥੋਂ ਦਾ ਪਾਣੀ ਜੋ ਹੈ ਇੰਨਾ ਨਕੰਮਾ ਹੈ, ਨਾ ਤਾਂ ਬੰਦਾ ਪੀ ਸਕਦਾ, ਨਾ ਚਿੱਟੇ ਕੱਪੜੇ ਧੋ ਸਕਦਾ। ਇਹਨਾਂ ਵਿੱਚ ਖਾਰਾਪਣ ਹੈ ਕਿ ਉਹ ਝਾਟੀ ਪੀਲੇ ਪੈ ਜਾਂਦੇ, ਕੇਸਾਂ ਦੇ ਲੱਗਣ ਤੋਂ ਕੇਸ ਚਿੱਟੇ ਹੋ ਜਾਂਦੇ। ਇਉਂ ਕਲਰ ਇੱਕ ਨਕੰਮੀ ਚੀਜ਼ ਹੈ। ਤੂੰ ਨਕੰਮੇ ਚੀਜ਼ਾਂ ਨੂੰ, ਵਿਸ਼ੇ ਵਿਕਾਰਾਂ ਨੂੰ ਆਪਣੀ ਅੰਤःਕਰਨ ਨੂੰ ਵੀ ਗੱਡੇ 'ਤੇ ਲੱਦ ਕੇ ਚੱਲ ਰਿਹਾ ਹੈ। ਇਸੇ ਪ੍ਰਕਾਰ ਜਿਹ ਕਰਮ ਹੈ ਤੁਧ ਰਹਿਣਾ ਬਸਨਾ। ਜਿਸ ਸਾਧ ਸੰਗਤ ਰੂਪੀ ਘਰ ਦੇ ਵਿੱਚ ਵਸ ਕਰਕੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਸਥਿਤ ਹੋ ਕੇ ਰਹਿਣਾ ਸੀ। ਸੋ ਕਾਰ ਚੀਤ ਨ ਆਇਓ। ਉਹ ਪਰਲੋਕ ਜਾਂ ਸਾਧ ਸੰਗਤ ਰੂਪੀ ਘਰ ਤੇਰੇ ਚਿੱਤ ਦੇ ਵਿੱਚ ਵੀ ਨਹੀਂ ਆਇਆ ਹੈ। ਅਟਲ ਅਖੰਡ ਪ੍ਰਾਨ ਸੁਖਦਾਈ। ਜੋ ਟਲਣ ਤੋਂ ਰਹਿਤ, ਕੱਟਣ ਤੋਂ ਰਹਿਤ, ਪ੍ਰਾਣਾਂ ਤੋਂ ਰਹਿਤ, ਅੰਦਰ ਸੁਖ ਦੇਣ ਵਾਲਾ ਪਰਮੇਸ਼ਰ ਹੈ। ਏਕ ਨਿਮਖਾ ਨਹੀਂ ਤੁਝ ਗਾਇਓ। ਉਸ ਦੇ ਜਸ ਨੂੰ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਤੂੰ ਗਾਉਣਾ ਨਹੀਂ ਕੀਤਾ ਹੈ। ਜਹਾਂ ਜਾਣਾ ਸੋ ਥਾਨ ਵਿਸਾਰਿਓ। ਜਿੱਥੇ ਪਰਲੋਕ ਦੇ ਵਿੱਚ ਤੂੰ ਜ਼ਰੂਰ ਜ਼ਰੂਰ ਜਾਣਾ ਹੈ, ਉਹ ਪਰਲੋਕ ਰੂਪੀ ਅਸਥਾਨ ਤੂੰ ਭੁਲਾਇਆ ਹੋਇਆ ਹੈ। ਇੱਕ ਨਿਮਖਾ ਨਹੀਂ ਮਨ ਲਾਇਓ। ਉਸ ਪਾਸੇ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਤੂੰ ਆਪਣੇ ਮਨ ਨੂੰ ਚਿੱਤ ਨੂੰ ਨਹੀਂ ਲਾਇਆ। ਪੁੱਤਰ ਕਲਤਰ ਗ੍ਰਹ ਦੇਖ ਸਮਗਰੀ। ਆਪਣੇ ਪੁੱਤਰ ਕਲਤਰ ਇਸਤਰੀ ਅਤੇ ਘਰ ਦੀਆਂ ਜੋ ਸਮਗਰੀ ਚੀਜ਼ਾਂ ਮਸਤਾਂ ਵੇਖ ਕਰਕੇ ਇਸ ਹੀ ਮਹਿ ਉਰਜਾਇਓ। ਇਸ ਦੇ ਮੋਹ ਦੇ ਵਿੱਚ ਹੀ ਤੂੰ ਫਸਿਆ ਹੋਇਆ ਹੈ। ਜਿਤ ਕੋ ਲਾਇਓ ਤਿਤ ਹੀ ਲਾਗਾ। ਸਾਰ ਦ੍ਰਿਸ਼ਟੀ ਕਥਨ ਕਰਦੇ ਨੇ ਕਿ ਜੀਵ ਦੇ ਵਸ ਕੁਛ ਵੀ ਨਹੀਂ ਹੈ। ਪਰਮੇਸ਼ਰ ਨੇ ਜੀਵਨ ਦੀ ਵਾਸ਼ਨਾ ਦੇ ਅਨੁਸਾਰ ਜਿਸ ਪਾਸੇ ਵੱਲ ਕੋਈ ਜੀਵ ਲਾਇਆ ਹੈ, ਉਸੇ ਪਾਸੇ ਹੀ ਜੀਵ ਲੱਗਾ ਹੋਇਆ ਹੈ। ਤੈਸੇ ਕਰਮ ਕਮਾਇਓ। ਅਤੇ ਉਸੇ ਵਾਸ਼ਨਾ ਅਨੁਸਾਰ ਅੱਗੇ ਨੂੰ ਵੀ ਉਹੋ ਜਿਹੇ ਹੀ ਕਰਮ ਕਮਾ ਰਿਹਾ ਹੈ। ਜਉ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ। ਜਦ ਪਰਮੇਸ਼ਰ ਆਪ ਕਿਰਪਾਲੂ ਦਿਆਲੂ ਹੋਇਆ ਹੈ, ਤਦੋਂ ਜੀਵ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਨੂੰ ਪ੍ਰਾਪਤ ਕਰਦਾ ਹੈ। ਜਨ ਨਾਨਕ ਬ੍ਰਹਮ ਧਿਆਇਓ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤਾਂ ਹੀ ਉਹ ਦਾਸਾ ਭਾਵ ਧਾਰ ਕੇ ਵਿਆਪਕ ਪ੍ਰਭੂ ਨੂੰ ਆਰਾਧਦਾ ਹੈ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ
ਮਾਰੂ ਰਾਗ ਦੇ ਵਿੱਚ ਫਰਮਾਨ ਕਰਦੇ ਨੇ। ਕਰ ਨਗਰ ਹੋ ਰਾਖ ਲੀਨੋ, ਜਿਸ ਪੁਰਖ ਨੂੰ ਪਾਤਸ਼ਾਹ ਜੀ ਫਰਮਾਉਂਦੇ ਨੇ ਭਇਓ ਸਾਧੂ ਸੰਗ, ਸ੍ਰੇਸ਼ਟ ਮਹਾਤਮਾ ਜਨਾਂ ਦਾ ਸਾਥ ਮਿਲਾ ਪ੍ਰਾਪਤ ਹੋਇਆ ਹੈ। ਉਸ ਨੂੰ ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖ ਲੈਣਾ ਕੀਤਾ ਹੈ। ਹਰ ਨਾਮ ਰਸ ਰਸਨ ਉਚਾਰੈ, ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਰਸ ਪ੍ਰੇਮ ਅਤੇ ਰਸਨਾ ਜੀਭਾ ਕਰਕੇ ਵੀ ਉਚਾਰਦਾ ਰਹਿੰਦਾ ਹੈ। ਮੈਸਟ ਗੂੜਾ ਰੰਗ, ਉਸ ਨੂੰ ਭਗਤੀ ਦਾ ਗਿਆਨ ਦਾ ਮਿਸ਼ਟ ਮਿੱਠਾ ਅਤੇ ਗਾੜਾ ਰੰਗ ਚੜ੍ਹਿਆ ਰਹਿੰਦਾ ਹੈ। ਭਾਵ ਉਹ ਅਤਿਅੰਤ ਆਨੰਦਦਾਇਕ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਮੇਰੇ ਮਾਨ ਕੋ ਅਸਥਾਨ, ਪਰਮੇਸ਼ਰ ਦੀ ਸਾਧ ਸੰਗਤ ਮੇਰੇ ਤਾਈਂ ਮਾਣ ਸਤਿਕਾਰ ਦੇਣ ਦਾ ਅਸਥਾਨ ਹੈ ਜਾਂ ਮੇਰੇ ਮੰਨਣ ਯੋਗ ਥਾਂ ਹੈ। ਮੀਤ ਸਾਜਨ ਸਖਾ ਬੰਧਪ, ਸਾਧੂ ਜਨ ਮੇਰੇ ਮਿੱਤਰ ਸੱਜਣ ਸਾਥੀ ਅਤੇ ਸੰਬੰਧੀ ਹਨ, ਜਾਂ ਮੇਰੇ ਮਨ ਦੇ ਮਿੱਤਰ, ਬਾਣੀ ਕਰਕੇ ਸੱਜਣ, ਸਰੀਰ ਕਰਕੇ ਸੰਬੰਧੀ ਅਤੇ ਪਰਲੋਕ ਦੇ ਵਿੱਚ ਸਹਾਇਤਾ ਕਰਨ ਲਈ ਸਾਥੀ ਰੂਪ ਹਨ। ਅੰਤਰ ਜਾਮੀ ਜਾਨ, ਜਿਨ੍ਹਾਂ ਦੀ ਕਿਰਪਾ ਸਦਕਾ ਮੈਂ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਨੂੰ ਜਾਣ ਲਿਆ ਹੈ। ਮੈਂ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕਰਨ ਵਾਲਾ ਮਿੱਤਰ ਰੂਪ, ਇਸ ਲੋਕ ਦੇ ਵਿੱਚ ਸੱਜਣ ਰੂਪ, ਪਰਲੋਕ ਦੇ ਵਿੱਚ ਸਖਾ ਰੂਪ ਅਤੇ ਸੰਬੰਧੀਆਂ ਨਾਲੋਂ ਵੀ ਪਿਆਰਾ ਅੰਤਰਜਾਮੀ ਵਾਹਿਗੁਰੂ ਹੀ ਜਾਣਿਆ ਹੈ, ਕਿਉਂਕਿ ਵਾਹਿਗੁਰੂ ਜੀ ਤੋਂ ਬਗੈਰ ਹੋਰ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ। ਇਸੇ ਪ੍ਰਕਾਰ ਮੀਤ ਸਾਜਨ ਸਖਾ ਬੰਧਪ, ਮੁਕਤੀ ਇੱਛਾ ਰੂਪ ਮਿੱਤਰ, ਅੰਤਰਜਾਮੀ ਪ੍ਰਭੂ ਦੀ ਪ੍ਰਾਪਤੀ ਵਾਲੇ, ਵਿਵੇਕ ਬੈਰਾਗ ਖਾਟ ਸੰਬੰਧੀ ਮੋਮੋਖ ਇੱਛਾ ਰੂਪੀ ਮਿੱਤਰ, ਸ਼ਰਵਣ ਮੰਨਣ ਅਧਿਆਸਨ ਰੂਪੀ ਸੱਜਣ, ਸਤਸੰਗ ਰੂਪ ਸਾਥੀ ਅਤੇ ਪਰੋਖ ਅਪਰੋਖ ਗਿਆਨ ਰੂਪ ਸੰਬੰਧੀਆਂ ਨੂੰ ਅੰਤਰ ਜਾਮੀ ਜਾਨ, ਅੰਤਰਜਾਮੀ ਪ੍ਰਭੂ ਦੀ ਪ੍ਰਾਪਤੀ ਵਾਲੇ ਇਹਨਾਂ ਗੁਣਾਂ ਨੂੰ ਆਪਣਾ ਜਾਣਨਾ ਕੀਤਾ ਹੈ। ਬਾਕੀ ਜਿਹੜੇ ਅਵਗੁਣ ਨੇ ਉਹ ਤਾਂ ਇਨਸਾਨ ਨੂੰ ਪ੍ਰਭੂ ਦੇ ਵੱਲੋਂ ਭੁਲਾ ਦਿੰਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸੰਸਾਰ ਸਾਗਰ ਜਿਨ ਉਪਾਇਓ, ਜਿਸ ਪਰਮੇਸ਼ਰ ਨੇ ਸੰਸਾਰ ਰੂਪ ਸਮੁੰਦਰ ਪੈਦਾ ਕੀਤਾ ਹੈ। ਸ਼ਰਨ ਪ੍ਰਭ ਕੀ ਗਹੀ, ਮੈਂ ਉਸ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ। ਗੁਰ ਪ੍ਰਸਾਦੀ ਪ੍ਰਭ ਅਰਾਧੇ, ਗੁਰੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਪਰਮੇਸ਼ਰ ਨੂੰ ਆਰਾਧੇ ਧਿਆਉਣਾ ਕਰਦੇ ਹਾਂ। ਜਮ ਕੰਕਰ ਕੈਸ ਨਾ ਕਹੀ, ਜਿਸ ਕਰਕੇ ਕੰਕਰ ਦੀ ਤਰ੍ਹਾਂ ਦੁੱਖ ਦੇਣ ਵਾਲੇ ਜਿਹੜੇ ਯਮ ਦੇ ਦੂਤ ਨੇ ਉਹ ਕੁਝ ਵੀ ਆਖ ਨਹੀਂ ਸਕਦੇ। ਮੋਖ ਮੁਗਤ ਦੁਆਰ ਜਾ ਕੈ, ਜਿਸ ਪਰਮੇਸ਼ਰ ਦੇ ਸਾਧ ਸੰਗਤ ਦੇ ਦਰਵਾਜ਼ੇ ਉੱਪਰ ਸਲੋਕ ਸਮੀਪ ਸਰੂਪ ਸਯੋਜ ਆਦਿਕ ਬੈਕੁੰਠ ਦੀਆਂ ਮੁਕਤੀਆਂ ਅਤੇ ਕੇਵਲ ਮੋਖ ਆਦਿਕ ਵਸਦੀਆਂ ਹਨ। ਸੰਤ ਰਿਦਾ ਭੰਡਾਰ, ਅਤੇ ਸੰਤ ਜਨਾਂ ਦਾ ਹਿਰਦਾ ਹੀ ਜਿਸ ਪ੍ਰਭੂ ਦਾ ਖਜ਼ਾਨਾ ਹੈ। ਸਲੋਕ ਆਪਣੇ ਇਸ਼ਟ ਦੇ ਲੋਕ ਵਿੱਚ ਨਿਵਾਸ ਕਰਨਾ, ਸਮੀਪ ਆਪਣੇ ਇਸ਼ਟ ਦੇ ਨਿਕਟਵਰਤੀ ਹੋਣਾ, ਸਰੂਪ
ਇਸ਼ਟ ਦੇ ਤੁਲ ਸ਼ਕਲ ਦਾ ਹੁਣ ਸਹਯੋਜ ਇਸ਼ਟ ਨਾਲ ਅਭੇਦ ਹੋਣਾ। ਜੀ ਜੁਗਤ ਸੁਜਾਨ ਸੁਆਮੀ ਸੁਜਾਨ ਅੰਤਰਜਾਮੀ ਸੁਆਮੀ ਮਾਲਕ ਪਰਮਾਤਮਾ ਸਾਰੇ ਜੀਵਾਂ ਦੇ ਪਾਲਣ ਪੋਸ਼ਣ ਦੀ ਜੁਗਤੀ ਜਾਣਦਾ ਹੈ। ਸਦਾ ਰਾਖਣ ਹਾਰ ਅਤੇ ਹਮੇਸ਼ਾ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਦੁਖ ਦਰਦ ਕਲੇਸ਼ ਬਿਨ ਸਹਾਇ ਉਹ ਸਮਰੱਥ ਪਰਮੇਸ਼ਰ ਪਾਸ਼ਾ ਫਰਮਾਉਂਦੇ ਨੇ, ਜਿਸ ਬਸੈ ਮਨ ਮਾਹੇ ਜਿਸ ਦੇ ਮਨ ਹਿਰਦੇ ਵਿੱਚ ਵਸ ਜਾਂਦਾ ਹੈ, ਉਸ ਦਾ ਜੰਮਣ ਮਰਨ ਆਦਿਕ ਦਾ ਦੁੱਖ ਕਸ਼ਟ ਅਵਿਦਿਆ ਦੀ ਦਰਦ ਪੀੜਾ ਅਤੇ 5 ਪ੍ਰਕਾਰ ਦੇ ਕਲੇਸ਼ ਨਾਸ਼ ਹੋ ਜਾਂਦੇ ਹਨ। ਮਿਰਤ ਨਰਕਾ ਸਥਾਨ ਬਿਖੜੇ ਜੋ ਮੌਤ ਨਰਕ ਅਤੇ ਪਰਲੋਕ ਜਾਂ ਮਾਰਗ ਵਿੱਚ ਬੈਤਰਨੀ ਨਦੀ ਆਦਿਕ ਕਠਿਨ ਅਸਥਾਨ ਹਨ। ਜਾਂ ਇਸੇ ਪ੍ਰਕਾਰ ਮਿਰਤ ਨਰਕ ਸਥਾਨ ਬਿਖੜੇ ਜੋ ਮੌਤ ਨਰਕ ਅਤੇ ਪਰਲੋਕ ਜਾਂ ਮਾਰਗ ਦੇ ਵਿੱਚ ਸੋ ਬੜੇ ਔਖੇ ਥਾਂ ਜਾਂ ਸਰੀਰ ਦੇ ਵਿੱਚ 5 ਕੋਸ਼ਾਂ ਰੂਪ ਔਖੇ ਥਾਂ ਨੇ, ਉਹ ਜਿਹੜੇ ਹਨ ਵੇਖ ਨਾ ਪੋਹ ਤਾਹੇ ਜ਼ਹਿਰ ਰੂਪ ਨੇ ਜਾਂ ਜ਼ਹਿਰ ਰੂਪ ਵਿਸ਼ੇ ਤਾਹੀ ਉਸ ਮਨੁੱਖ ਨੂੰ ਪੋਹ ਹੈ ਪੁੰਦੇ ਨਹੀਂ ਹਨ। ਰਿੱਧ ਸਿੱਧ ਨਵ ਨਿੱਧ ਜਾ ਕੈ ਜਿਸ ਪਰਮੇਸ਼ਰ ਦੇ ਘਰ ਦੇ ਵਿੱਚ ਰਿੱਧ ਆਨੰਦ ਦੀ ਅਤੋੜਤਾ ਸਿੱਧ ਅਲੌਕਿਕ ਸ਼ਕਤੀਆਂ ਅਤੇ ਨਾਮਨਿਧ 9 ਨਿਧੀਆਂ ਵਸ ਰਹੀਆਂ ਹਨ। ਅੰਮ੍ਰਿਤਾ ਪਰਵਾਹ ਅਤੇ ਨਾਮ ਰੂਪ ਅੰਮ੍ਰਿਤ ਦੇ ਵਹਿਣ ਹੀ ਚੱਲ ਰਹੇ ਹਨ। ਆਦਿ ਅੰਤੇ ਮਦ ਪੂਰਨ ਉਹ ਪਰਮੇਸ਼ਰ ਜਗਤ ਦੀ ਆਦ ਮੁੱਢ ਵਿੱਚ ਅਧਿਸ਼ਠਾਨ ਰੂਪ ਸੀਗਾ, ਮੱਧ ਹੁਣ ਵਿਚਾਲੇ ਪੂਰਨ ਵਿਆਪਕ ਹੈ ਅਤੇ ਅੰਤੇ ਅਖੀਰ ਨੂੰ ਸਿਧਾਂਤ ਰੂਪ ਹੋਵੇਗਾ। ਉੱਚ ਅਗਮ ਅਗਾਹ ਤ੍ਰੈ ਕਾਲਾ ਬਾਦ ਰੂਪ ਉੱਚਾ ਵੇਦਾਂ ਸ਼ਾਸਤਰਾਂ ਕਰਕੇ ਗਮਦਾਂ ਤੋਂ ਰਹਿਤ ਅਤੇ ਮਨ ਕਰਕੇ ਅਗਾਹ ਪਕੜਨ ਤੋਂ ਰਹਿਤ ਹੈ। ਸਿੱਧਾ ਸਾਧਕ ਦੇਵ ਮਨ ਜਾਣਾ ਸਿੱਧੀ ਦੀ ਪ੍ਰਾਪਤੀ ਵਾਲੇ ਸਿੱਧ ਸਾਧਨਾ ਕਰਨ ਵਾਲੇ ਸਾਧਕ ਜਗਿਆਸੂ ਅਤੇ ਦੇਵ ਦੇਵਤੇ ਤੇ ਮੁਨ ਨਾਰਦ ਮੁਨੀ ਆਦਿਕ ਮੰਨਣਸ਼ੀਲ ਮਹਾਤਮਾ ਅਤੇ ਜਨ ਰਵਿਦਾਸ ਜੀ ਕਬੀਰ ਭਗਤ ਜੀ ਜੋ ਗੁਰੂ ਕਰਦੇ ਭਗਤ ਸੇਵਕ ਜਨ ਨੇ ਜਾਂ ਭੱਟ ਜਨ ਅਤੇ ਵੇਦ ਕਰਹਿ ਉਚਾਰ ਵੇਦ ਆਦਿਕ ਧਰਮ ਪੁਸਤਕ ਇਹੀ ਉਚਾਰਨ ਕਰਦੇ ਹਨ। ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਕਿ ਮਾਲਕ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਕੇ ਸੁਭਾਵਕ ਹੀ ਸੁਖ ਸਰੂਪ ਦੇ ਆਨੰਦ ਨੂੰ ਭੋਗੀ ਦਾ ਮਾਣੀ ਦਾ ਹੈ। ਨਹੀਂ ਅੰਤ ਪਾਰਾਵਾਰ ਪਰ ਉਸ ਪਰਮੇਸ਼ਰ ਦੇ ਪਾਰ ਉਰਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨੇਤ ਨੇਤ ਕਥੰਤ ਵੇਦਾ ਅਨਕ ਪ੍ਰਾਸ਼ਤ ਮਿਟਹਿ ਖਿਨ ਮਹਿ ਸੋ ਅਨੇਕਾਂ ਜਨਮਾਂ ਦੇ ਪਾਪ ਇੱਕ ਛਿਨ ਵਿੱਚ ਹੀ ਮਿਟ ਜਾਂਦੇ, ਭਾਵ ਨਾਸ਼ ਹੋ ਜਾਂਦੇ ਹਨ। ਹਿਰਦੈ ਜਪ ਭਗਵਾਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਨਾਲ ਘੋਰ ਦੁਖੀਆਂ ਅਨਕ ਹਤਿਆਂ ਜਨਮ ਦਰਿਦਰੰ ਮਹਾ ਬਿਖਿਆਦੰ ਮਿਟੰਦ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵ ਕਾਸ਼ਟ
ਭਸਮੰ ਕਰੋਤ। ਅਨੇਕਾਂ ਹੀ ਪਾਪ ਖਤਮ ਹੋ ਜਾਂਦੇ, ਨਾਸ਼ ਹੋ ਜਾਂਦੇ ਹਨ। ਪਾਵਨ ਤੇ ਮਹਾ ਪਾਵਨ, ਜੋ ਨਾਮ ਜਪਣ ਵਾਲੇ ਨੇ ਉਹ ਪਵਿੱਤਰ ਥਾਵਾਂ ਤੋਂ ਵੀ ਬੜੇ ਪਵਿੱਤਰ ਹੋ ਜਾਂਦੇ ਹਨ। ਓਟ ਦਾਨ ਇਸ਼ਨਾਨ, ਨਾਮ ਜਪਣ ਵਾਲੇ ਕਰੋੜਾਂ ਦਾਨ ਅਤੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਆਦਿਕ ਪਵਿੱਤਰ ਥਾਵਾਂ ਤੋਂ ਵੀ ਬੜੇ ਪਵਿੱਤਰ ਹੋ ਜਾਂਦੇ, ਜਾਂ ਪਵਿੱਤਰ ਤੀਰਥਾਂ ਤੋਂ ਵੀ ਪਵਿੱਤਰ ਹੋ ਜਾਂਦੇ, ਅਤੇ ਕਰੋੜਾਂ ਦਾਨ ਇਸ਼ਨਾਨ ਕਰਨ ਤੋਂ ਇਹ ਸ੍ਰੇਸ਼ਟ ਨੇ। ਕੋੜ ਦਾਨ ਇਸ਼ਨਾਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਸਿਮਰਨ ਕਰਨ ਤੋਂ ਕਰੋੜਾਂ ਹੀ ਦਾਨ ਇਹਨਾਂ ਦਾ ਫਲ ਪ੍ਰਾਪਤ ਹੋ ਜਾਂਦਾ। ਸੋ ਨਹੀਂ ਤਾਂ ਕੋੜ ਦਾਨ ਇਸ਼ਨਾਨ ਅਨਕਸੋਧਨ ਪਵਿੱਤਰਤਾ ਹੈ। ਭਾਵੇਂ ਅਨੇਕਾਂ ਹੀ ਪਵਿੱਤਰਤਾ ਰੱਖੋ, ਕਰੋੜਾਂ ਦਾਨ ਪੁੰਨ ਕਰੋ, ਉਹਨਾਂ ਦਾ ਹਿਰਦੇ ਦੀ ਪਵਿੱਤਰਤਾ ਦਾ ਫਲ ਨਹੀਂ ਮਿਲਦਾ। ਕਬੀਰ ਗੰਗਾ ਤੀਰ ਜੋ ਘਰ ਕਰੈ ਹੈ, ਪੀਵੈ ਨਿਰਮਲ ਰੀਨ। ਬਿਨ ਹਰ ਮੁਕਤ ਨਾ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਇਉਂ ਕਬੀਰ ਸਾਹਿਬ ਜੀ ਨੇ ਸ਼ੁਭ ਭਜਨ ਉਚਾਰਿਆ ਹੈ। ਇਸ ਲਈ ਗੰਗਾ ਜਲ ਗੁਰੂ ਗੋਬਿੰਦ ਨਾਮ, ਜਿਹੜਾ ਗੁਰੂ ਗੋਬਿੰਦ ਦਾ ਨਾਮ ਹੈ, ਵੱਡੇ ਵਾਹਿਗੁਰੂ ਦਾ, ਇਹ ਗੰਗਾ ਜਲ ਦੇ ਨਾਲੋਂ ਵੀ ਪਵਿੱਤਰ ਹੈ। 68 ਤੀਰਥ ਜੈ ਸਾਧ ਭਗਤ ਹੈ। ਸੋ ਗੰਗਾ ਜਮਨਾ ਗੋਦਾਵਰੀ ਸਰਸਤੀ, ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਬਲ ਬੁੱਧ ਸੁਧ ਪ੍ਰਾਣ ਸਰਬ ਸੋ, ਉਹਨਾਂ ਨੇ ਵਿਵੇਕ ਦਾ ਬਲ ਜੋਰ, ਆਤਮ ਸ਼ੈਣੀ ਬੁੱਧੀ, ਸੁਧ ਗਿਆਨ, ਸ਼ੁੱਧ ਜੀਵਨ ਆਦਿਕ ਸਾਰਾ ਕੁਝ ਪਰਮੇਸ਼ਰ ਦੇ ਨਾਮ ਨੂੰ ਹੀ ਪਹਿਚਾਣਿਆ ਹੈ। ਤਣਾ ਕੀ ਰਾਸ, ਅਤੇ ਪਰਮੇਸ਼ਰ ਦਾ ਨਾਮ ਹੀ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਰਾਸ ਪੂੰਜੀ ਹੈ। ਹਮ ਸੰਦਨ ਗੀਰੇਨ ਬਿਆਰੇ, ਹਮ ਸੰਤਨ ਕੀ ਸਰਣਾ। संत हमारी ओट सताणी, संत हमारा गहना। हम संतन स्यों बन आई, पूरब लिखिया पाई। एहो मन तेरा पाई रहा, संतन स्यों मेरी लेवा देवी। संतन स्यों ब्योहारा, संतन स्यों हम लाहा काटिया। हर भगत भरे भंडारा, संतन मोको पूंजी सौंपी। तो उतरिया मन का धोखा, धर्म राय अब कहाँ करेगो। जो फाटियो सगलो लेखा, महानंद भय सुख पाया। संतन कै प्रसादे, कहो नानक हर स्यों मन मानिया। रंग रते बिस्मादे। जो संत महात्मा ही साडी पूंजी है, क्योंकि वो नाम जपाਉਂਦੇ ਨੇ। ਇਸ ਲਈ इंज बेनती करिए। बिसर नाहि निमख मन ते, परमेश्वर ਦਾ ਨਾਮ ਹੀ ਸੰਤਾਂ ਮਹਾਤਮਾ ਦੀ ਪੂੰਜੀ ਹੈ। ਕਿਨੀ ਹੀ ਬਣ ਜਿਆ ਕਾਂਸੀ ਤੰਬ, किन ही लौंग सुपारी। संतो बन जिया नाम गोविंद का, ऐसी खेप हमारी। हर के नाम की व्यापारी, हीरा हाथ चढ़िया निर्मोलक, छोड़ गई संसारी। इसलिए बेनती करिए कि सतगुरु महाराज जी, हे परमेश्वर, सतगुरु जी कथन करते ने, इंज बेनती करो कि हे परमेश्वर, बिसर नाही निमख मन ते। आप साडे मन दे विचों एक निमख
ਅੱਖ ਝਮਕਣ ਜਿੰਨਾ ਸਮਾਂ ਵੀ ਨਾ ਭੁੱਲੋ ਜੀ। ਨਾਨਕ ਕੀ ਅਰਦਾਸ ਸਾਡੇ ਜਨਾਂ ਦੀ ਇਹੀ ਅਰਦਾਸ, ਇਹੀ ਬੇਨਤੀ ਹੈ। ਮਾਰੂ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸ਼ਾਸਤਰ ਤੀਖਨ ਕਾਟ ਡਾਰਿਓ। ਇਸ ਪਾਵਨ ਸ਼ਬਦ ਵਿੱਚ ਸੰਤਾਂ ਦੀ ਰਹਿਣੀ ਦੱਸਦੇ ਨੇ ਕਿ ਕੋਈ ਸੰਤ ਮਹਾਤਮਾ ਸਨ, ਉਹਨਾਂ ਨੇ ਕਿਸੇ ਸ਼ਾਹੂਕਾਰ ਨੂੰ ਬੇਨਤੀ ਕੀਤੀ ਕਿ ਜਿਹੜਾ ਤੇਰਾ ਮੁੰਡਾ ਹੈ ਇਹ ਬੜਾ ਲਾਇਕ ਹੈ, ਬੱਚੇ ਨੂੰ ਵਿੱਦਿਆ ਪੜ੍ਹਾਉਣੀ ਚਾਹੀਦੀ ਹੈ। ਅੱਜ ਕੱਲ੍ਹ ਵਾਂਗ ਸਕੂਲ ਜਾਂ ਕਾਲਜ ਨਹੀਂ ਸਨ ਪੁਰਾਣੇ ਸਮਿਆਂ ਵਿੱਚ। ਸੰਤਾਂ ਦੇ ਡੇਰਿਆਂ ਦੇ, ਗੁਰਦੁਆਰਿਆਂ, ਮੰਦਰਾਂ, ਮਸੀਤਾਂ ਦੇ ਵਿੱਚ ਹੀ ਵਿੱਦਿਆ ਪੜ੍ਹਾਈ ਜਾਂਦੀ ਸੀਗੀ। ਇਸ ਲਈ ਸੰਤਾਂ ਨੇ ਆਖਿਆ ਵੀ ਮੁੰਡੇ ਨੂੰ ਮੇਰੇ ਕੋਲ ਛੱਡ ਦੇ, ਮੈਨੂੰ ਵਿੱਦਿਆ ਪੜ੍ਹਾ ਕੇ ਲਾਇਕ ਬਣਾ ਦਿਆਂਗਾ, ਮੁੜ ਕੇ ਇਹਨੇ ਤੇਰੇ ਕੋਲ ਰਹਿਣਾ ਹੈ। ਅਤੇ ਪਰ ਇਹਦੀ ਉਮਰ ਹੁਣ ਪੜ੍ਹਨ ਦੀ ਹੈ, ਮੇਰੀ ਬੇਨਤੀ ਮੰਨ। ਸ਼ਾਹੂਕਾਰ ਮੰਨ ਗਿਆ। ਮੁੰਡਾ ਜਦ ਸੰਤਾਂ ਨੇ ਤੋਰ ਦਿੱਤਾ, ਲਾਗੇ ਚੁਗਲਖੋਰ ਖੜਾ ਸੀ। ਕਹਿੰਦਾ ਸ਼ਾਹੂਕਾਰ ਇਹ ਤੂੰ ਕੀ ਕੀਤਾ? ਇੱਕ ਭੁੱਖੇ ਨੰਗੇ ਬੰਦੇ ਦੇ ਨਾਲ, ਮੰਗਤੇ ਦੇ ਨਾਲ ਆਪਦਾ ਮੁੰਡਾ ਤੋਰ ਦਿੱਤਾ। ਜਿਸ ਤਰ੍ਹਾਂ ਉਹ ਮੰਗ ਕੇ ਗੁਜ਼ਾਰਾ ਕਰਦਾ, ਤੇਰਾ ਮੁੰਡਾ ਸਾਰੀ ਉਮਰ ਮੰਗਦਾ ਰਹੇਗਾ, ਤੇਰੀ ਕੁੱਲ ਨੂੰ ਲਾਜ ਲੱਗੇਗੀ। ਜਿਸ ਤਰ੍ਹਾਂ ਦਾ ਸਾਧ ਹੈ ਉਸ ਤਰ੍ਹਾਂ ਦਾ ਹੀ ਉਹ ਮੰਗਤਾ ਬਣ ਜਾਏਗਾ। ਕਹਿੰਦਾ ਹੁਣ ਕੀ ਕਰਾਂ? ਕਹਿੰਦਾ ਕਰਨਾ ਕੀ ਹੈ? ਇਹ ਸੰਤ ਦਾ ਕਿਹੜਾ ਕੋਈ ਅੱਗਾ ਪਿੱਛਾ ਹੈ? ਇਹਨੂੰ ਕਿਸੇ ਬਾਰੇ, ਇਹਨੂੰ ਕਿਸੇ ਨੇ ਵੀ ਨਹੀਂ ਪੁੱਛਣਾ। ਅਤੇ ਤੂੰ ਨੇ ਓਂ ਘਰ ਆਪਣੇ ਕੋਲ ਬੁਲਾ ਕੇ ਰੋਟੀ ਦੇ ਬਹਾਨੇ ਇਹਦਾ ਕਤਲ ਕਰ ਦੇ। ਕਹਿੰਦਾ ਹੈ ਇੰਨਾ ਔਖਾ ਕੰਮ ਮੈਂ ਕਿਵੇਂ ਕਰਾਂਗਾ? ਮੈਥੋਂ ਇਹ ਕੰਮ ਨਹੀਂ ਹੋਣਾ ਹੈ, ਕੋਈ ਹੋਰ ਤਰੀਕਾ ਦੱਸ। ਕਹਿੰਦੇ ਚੱਲ ਇੱਕ ਤਰੀਕਾ ਹੋਰ ਅਪਣਾ, ਤੂੰ ਉਹਨਾਂ ਨੂੰ ਕਹੋ ਕਿ ਮੈਨੂੰ ਇੱਕ ਲਾਲ ਦੇ ਦਿਓ। ਲਾਲ ਬੇਕੀਮਤ ਦਾ ਹੁੰਦਾ, ਅਤੇ ਜੇ ਉਹ ਨਹੀਂ ਦੇਣਗੇ ਫਿਰ ਤੂੰ ਆਪ ਦਾ ਮੁੰਡਾ ਵਾਪਸ ਲੈ ਲਈ। ਕਹਿੰਦਾ ਚੰਗਾ। ਸੰਤਾਂ ਨੂੰ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਲਾਲ ਦਿਓ। ਉਹਨਾਂ ਮਿੱਟੀ 'ਚ ਪੈਰ ਮਾਰਿਆ, ਲਾਲਾ ਤੀ ਮੱਘੀ ਉਹਨੂੰ ਫੜਾ ਦਿੱਤੀ। ਕਹਿੰਦੇ ਆ ਵੇਖ ਪਰਮਾਤਮਾ ਨੇ ਇੰਨੇ ਲਾਲ ਦਿੱਤੇ ਨੇ, ਇਹ ਲਾਲ ਸਾਡੇ ਲਈ ਕਿਸੇ ਕੰਮ ਦੇ ਨਹੀਂ। ਜੇ ਤੂੰ ਚਾਹੁੰਦਾ ਤਾਂ ਤੂੰ ਲੈ ਜਾ, ਇੱਕ ਦੀ ਬਜਾਏ ਲਾਲਾਂ ਦੀ ਮੱਘੀ ਲੈ ਜਾ। ਅਤੇ ਪਰ ਸਾਡੀ ਬੇਨਤੀ ਇਹ ਹੈ ਕਿ ਇਹ ਮੁੰਡੇ ਨੂੰ ਇੱਥੇ ਰਹਿਣ ਦੇ। ਉਹ ਲਾਲਾਂ ਦੀ ਮੱਘੀ ਲੈ ਕੇ ਘਰ ਆ ਗਿਆ। ਚੁਗਲਖੋਰ ਨੇ ਫਿਰ ਮਨ ਵਿਗਾੜ ਦਿੱਤਾ। ਕਹਿੰਦਾ ਲੈ ਪਹਿਲਾਂ ਤਾਂ ਥੋੜ੍ਹੀ ਬਹੁਤ ਸੀ ਆਸ ਸੀਗੀ ਕਿ ਵਿੱਦਿਆ ਪੜ੍ਹ ਕੇ ਮੁੰਡਾ ਤੇਰਾ ਘਰ ਆ ਜਾਏਗਾ, ਪਰ ਹੁਣ ਤਾਂ ਉਹ ਵੀ ਮੁੱਕ ਗਈ, ਕਿਉਂਕਿ ਤੂੰ ਤਾਂ ਮੁੰਡੇ ਦਾ ਮੁੱਲ ਵੱਟ ਕੇ ਲਿਆਂਦਾ। ਮੁੰਡਾ ਤਾਂ ਤੂੰ ਵੇਚ ਆਇਆ। ਅਗਲਾ ਕਹੂਗਾ ਮੈਂ ਮੁੰਡੇ ਦਾ ਮੁੱਲ ਦੇ ਦਿੱਤਾ, ਹੁਣ ਮੁੰਡਾ ਤੇਰਾ ਕੀ ਲੱਗਦਾ? ਕਹਿੰਦਾ ਹੁਣ ਕੀ ਕਰੀਏ? ਹੁਣ ਕਹਿੰਦਾ ਬਸ ਇਹੀ ਕਾਰਨ ਆਪਣਾ ਯਤਨ ਹੈ ਕਿ ਕਤਲ ਕਰ ਦੇ। ਕਹਿੰਦਾ ਜੇ ਕਿਸੇ ਨੂੰ ਪਤਾ ਲੱਗ ਗਿਆ, ਕਹਿੰਦਾ ਪਤਾ ਕਿਵੇਂ ਲੱਗੂਗਾ? ਤੂੰ ਉਹਨਾਂ ਨੂੰ ਟੋਟੇ ਟੋਟੇ ਕਰਕੇ ਅਤੇ ਧਰਤੀ ਦੇ ਵਿੱਚ ਦੱਬ ਦੇਈਂ, ਆਪਦੇ ਘਰ ਦੇ ਅੰਦਰ ਹੀ ਟੂਆ ਪੁੱਟ ਕੇ ਦੱਬ ਦੇਈਂ, ਕਿਸੇ ਨੂੰ ਕੀ ਪਤਾ ਲੱਗਣਾ? ਉਹਦਾ ਕਿਹੜਾ ਕੋਈ ਧੀ ਪੁੱਤ, ਕੋਈ ਰਿਸ਼ਤੇਦਾਰ ਹੈ ਜਿਹਨੇ ਪੁੱਛਣ ਆਉਣਾ? ਕਹਿੰਦਾ ਵੀ ਮੈਥੋਂ ਇਹ ਕੰਮ ਕਿਵੇਂ ਹੋਏਗਾ? ਕਹਿੰਦਾ ਕੋਈ ਨਹੀਂ, ਮੈਂ ਤੇਰੀ ਮਦਦ ਕਰੂੰਗਾ। ਉਹਨਾਂ ਨੂੰ ਬੁਲਾ ਤਾਂ ਸਹੀ। ਇਉਂ ਉਹ ਸ਼ਾਹੂਕਾਰ ਨੇ ਰੋਟੀ ਖਾਣ ਦੇ ਬਹਾਨੇ ਬੁਲਾਇਆ ਅਤੇ ਧੋਖੇ ਦੇ ਨਾਲ ਕਤਲ ਕਰਕੇ ਦੱਬਿਆ ਤਾਂ ਨਾ, ਘਬਰਾ ਗਿਆ। ਇੱਕ ਕਸਾਈ ਨੂੰ ਬੁਲਾਇਆ, ਕਹਿਣ ਲੱਗਾ ਵੀ ਇਹਨੂੰ ਲਾਸ਼ ਨੂੰ ਖੁਰਦ-ਬੁਰਦ ਕਰ ਦੇ, ਜਿੰਨੇ ਪੈਸੇ ਚਾਹੁੰਦਾ ਤੂੰ ਲੈ ਲਾ। ਕਸਾਈ ਉਹਦੇ ਤੋਂ ਵੀ ਵੱਡਾ ਪਿਓ ਸੀਗਾ,
ਲਾਲਚੀ ਸੀਗਾ। ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਬਜਾਏ ਸੋਚਿਆ ਮਨਾ ਕਿਸੇ ਨੂੰ ਕੀ ਪਤਾ ਲੱਗਣਾ, ਇਹਨਾਂ ਨੂੰ ਮੈਂ ਵੱਢ ਟੁੱਕ ਕੇ ਵੇਚ ਦਿੰਦਾ। ਮਾਸ ਦੀ ਕੀ ਪਹਿਚਾਣ ਹੈ, ਭਾਵੇਂ ਜੋ ਮਰਜ਼ੀ ਵੱਢ ਕੇ ਵੇਚੀ ਜਾਓ। ਪਰਦੇ ਦੇ ਪਿੱਛੇ ਬਹੁਤ ਕੁਛ ਹੁੰਦਾ ਹੈ। ਇਸ ਲਈ ਉਹਨੇ ਕੀ ਕੀਤਾ, ਸੰਤਾਂ ਦਾ ਮਾਸ ਵੱਢ ਟੁੱਕ ਕੇ ਨਿੱਕਾ ਨਿੱਕਾ ਕਰ ਲਿਆ, ਅਗਲੇ ਦਿਨ ਦੁਕਾਨ 'ਤੇ ਰੱਖ ਕੇ ਉਹ ਵੇਚੀ ਗਿਆ, ਸਾਰਾ ਹੀ ਮਾਸ ਵਿਕ ਗਿਆ। ਇੱਕ ਸਿਪਾਹੀ ਜੋ ਕਿ ਹਰ ਰੋਜ਼ ਸ਼ੇਰ ਮਾਸ ਲੈ ਕੇ ਜਾਂਦਾ ਸੀ, ਅੱਜ ਉਹਨੂੰ ਛੁੱਟੀ ਲੇਟ ਮਿਲੀ ਅਤੇ ਉਹ ਥੋੜ੍ਹਾ ਲੇਟ ਆਇਆ ਅਤੇ ਕਸਾਈ ਕਹਿਣ ਲੱਗਾ ਵੀ ਇੱਕ ਪਾਈ ਆਈ ਹੈ। ਕਹਿੰਦਾ ਮੈਨੂੰ ਸ਼ੇਰ ਚਾਹੀਦਾ। ਕਹਿੰਦਾ ਸ਼ੇਰ ਨਹੀਂ ਹੈ, ਇਉਂ ਕਰ ਅੱਜ ਤੂੰ ਇੰਨਾ ਲੈ ਜਾ ਅਤੇ ਕੱਲ੍ਹ ਨੂੰ ਮੈਂ ਅੱਜ ਦਾ ਵੀ ਦੇ ਦਿਆਂ। ਕਹਿੰਦਾ ਨਹੀਂ, ਮੇਰਾ ਸ਼ੇਰ ਤੋਂ ਬਗੈਰ ਸਰਦਾ ਹੀ ਨਹੀਂ, ਮੈਨੂੰ ਤਾਂ ਪੂਰਾ ਸ਼ੇਰ ਚਾਹੀਦਾ। ਉਹ ਕਹੇ ਪਾਈਆ, ਉਹ ਕਹੇ ਸ਼ੇਰ ਚਾਹੀਦਾ। ਤਾਂ ਸੰਤਾਂ ਦੇ ਉਸ ਪਾਈਆ ਘੂ ਮਾਸ ਵਿੱਚੋਂ ਆਵਾਜ਼ ਆਈ, ਕਹਿੰਦੇ ਸੰਤ ਪਾਈਆ ਨਹੀਂ ਹੁੰਦੇ, ਸੰਤ ਪੂਰੇ ਸ਼ੇਰ ਹੀ ਹੁੰਦੇ ਨੇ। ਉਹ ਸਿਪਾਹੀ ਘਬਰਾ ਗਿਆ, ਕਹਿਣ ਲੱਗਾ ਤੁਸੀਂ ਕੌਣ ਹੋ, ਕੀ ਜਿਉਂਦੇ ਹੋ ਸਕਦੇ ਹੋ? ਕਹਿੰਦੇ ਸਾਨੂੰ ਕੀ ਹੋਇਆ, ਕੱਪੜਾ ਪਾ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਪਾਣੀ ਦਾ ਛੱਟਾ ਮਾਰੋ, ਸਾਨੂੰ ਕੁਝ ਨਹੀਂ ਹੋਇਆ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਉਹ ਜਿਉਂਦੇ ਹੋ ਗਏ। ਸਿਪਾਹੀ ਨੇ ਘਬਰਾ ਕੇ ਰਾਜੇ ਕੋਲ ਪੇਸ਼ ਕੀਤਾ। ਰਾਜੇ ਨੇ ਸਾਰੀ ਸਟੋਰੀ ਸੁਣੀ। ਸ਼ਾਹੂਕਾਰ ਅਤੇ ਨਿੰਦਕ ਪੁਰਸ਼ ਦੋਨਾਂ ਨੂੰ ਤਲਬ ਕਰ ਲਿਆ। ਕਸਾਈ ਤਾਂ ਫੜਿਆ ਸੀ, ਤਿੰਨੇ ਦੋਸ਼ੀ ਗਿਣੇ ਗਏ। ਕਹਿੰਦੇ ਸੰਤ ਜੀ, ਇਹ ਤਿੰਨੇ ਬੰਦੇ ਤੁਹਾਡੇ ਦੋਸ਼ੀ ਨੇ। ਪੁਰਾਣਾ ਸਮਾਂ ਸੀ, ਜਿਹਦਾ ਕੋਈ ਦੋਸ਼ੀ ਹੋਵੇ ਉਹਨੂੰ ਹੀ ਕਹਿੰਦੇ ਤੂੰ ਸਜ਼ਾ ਦੇ। ਮਹਾਂਪੁਰਖੋ ਦੱਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਏ, ਇਹਨਾਂ ਤੁਹਾਡਾ ਕਤਲ ਕੀਤਾ ਅਤੇ ਮਾਸ ਵੇਚਿਆ। ਸੰਤ ਕਹਿਣ ਲੱਗੇ ਜੇ ਤੂੰ ਸਾਡੀ ਗੱਲ ਮੰਨਦਾ ਅਤੇ ਇਹਨਾਂ ਨੂੰ ਇੱਕ ਇੱਕ ਪਿੰਡ ਦੇ ਦੇ, ਕਸਾਈ ਨੂੰ ਵੀ ਅਤੇ ਸ਼ਾਹ ਆ ਜਿਹੜਾ ਚੁਗਲਖੋਰ ਹੈ ਇਹਨੂੰ ਵੀ, ਅਤੇ ਆਹ ਮੁੰਡੇ ਦੇ ਪਿਓ ਸ਼ਾਹੂਕਾਰ ਦੀ ਭੁੱਖ ਉਤਰ ਜਾਏ, ਇਹਨੂੰ 5 ਪਿੰਡ ਦੇ ਦੇ, ਜਿਹਦਾ ਟੈਕਸ ਖਾ ਕੇ ਆਪਦਾ ਢਿੱਡ ਭਰ ਲੈਣ। ਆਖਿਆ ਵੀ ਮੇਰੇ ਹੱਥ ਜੋੜੇ ਸ਼ਾਹੂਕਾਰ ਜੀ, ਮੁੰਡਾ ਆਪਦਾ ਮੇਰੇ ਕੋਲ ਪੜ੍ਹ ਲੈਣ ਦਿਓ, ਬਹੁਤਾ ਘਬਰਾਓ ਨਾ, ਮੁੜ ਕੇ ਤੁਹਾਡਾ ਹੀ ਰਹਿਣਾ। ਤੋ ਇੰਝ ਇਹ ਸਾਖੀ ਵੱਲ ਇਸ਼ਾਰਾ ਜਾਪਦਾ ਗੁਰੂ ਮਹਾਰਾਜ ਦਾ। ਸੰਤਾਂ ਦੀ ਐਸੀ ਅਵਸਥਾ ਹੁੰਦੀ ਹੈ, ਜਿਵੇਂ ਬਾਬੇ ਫਰੀਦ ਨੇ ਆਖਿਆ, ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਨੜੇ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਜਿਹੜਾ ਮੁਕੀਆਂ ਮਾਰੇ ਉਹਨੂੰ ਮੁੜ ਕੇ ਮਾਰਨਾ ਨਾ ਕਰੇ, ਉਹਦੇ ਪੈਰ ਚੁੰਮ ਕੇ ਸਗੋਂ ਆਪਣੇ ਘਰ ਉਹਦਾ ਧੰਨਵਾਦ ਕਰਕੇ ਜਾਏ। ਜਿਵੇਂ ਗੁਰੂ ਅਮਰਦਾਸ ਮਹਾਰਾਜ ਦੀ ਵੱਖੀ ਦੇ ਵਿੱਚ ਬਾਬੇ ਦਾਤੂ ਨੇ ਲੱਤ ਮਾਰੀ ਅਤੇ ਗੁਰੂ ਸਾਹਿਬ ਜੀ ਉਹਦਾ ਪੈਰ ਕੁੱਟਣ ਲੱਗ ਪਏ। ਆਖਿਆ ਦਰਦ ਹੋਈ ਹੋਵੇਗੀ, ਸਾਡੇ ਹੱਡ ਸੇਵਾ ਕਰਕੇ ਸਖਤ ਹੋ ਗਏ ਨੇ, ਬਾਕੀ ਅਸੀਂ ਬੁੱਢੇ ਬੰਦੇ ਹਾਂ ਅਤੇ ਤੁਹਾਡੀ ਜਵਾਨ ਅਵਸਥਾ ਹੈ, ਨਰਮ ਕੋਮਲ ਸਰੀਰ ਹੈ। ਇੱਕ ਤਾਂ ਚੱਲ ਕੇ ਆਏ ਖਡੂਰ ਸਾਹਿਬ ਤੋਂ, ਤੁਸੀਂ ਥੱਕ ਗਏ ਹੋਵੋਗੇ, ਦੂਸਰਾ ਦੀਵਾਨ ਦੇ ਵਿੱਚ ਆਏ ਅਤੇ ਸਾਨੂੰ ਉੱਠ ਕੇ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ, ਪਰ ਤੁਸੀਂ ਸਾਨੂੰ ਸਮਝਾ ਦਿੱਤਾ ਹੈ ਕਿ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ। ਇਉਂ ਮਹਾਰਾਜ ਉਹਦਾ ਪੈਰ ਕੁੱਟਣ ਲੱਗ ਪਏ, ਨਾਲੇ ਕਿਹਾ ਕਿ ਦਰਦ ਹੋਈ ਹੋਵੇਗੀ। ਉਹ ਤੋਂ ਬਾਅਦ ਉਹਦੇ ਪੈਰ ਵਿੱਚੋਂ ਚੀਸ ਨਿਕਲਣ ਲੱਗ ਪਈ। ਗੁਰੂ ਸਾਹਿਬ ਨੇ ਤਾਂ ਸੁਤੇ ਸਿੱਧ ਬਚਨ ਕੀਤਾ। ਫਿਰ ਉਹਨੇ ਬੜਾ ਗੁਰੂ ਸਾਹਿਬ ਨੂੰ ਵੱਧ ਘੱਟ ਬੋਲਿਆ। ਮਹਾਰਾਜ ਨੂੰ ਕਹਿੰਦਾ ਤੁਸੀਂ ਚਲੇ ਜਾਓ ਆਪਦੇ ਪਿੰਡ। ਗੁਰੂ ਜੀ ਰਾਤੋਂ ਰਾਤ ਆਪਦਾ ਮੋਢੇ 'ਤੇ ਪਰਨਾ ਪਾਇਆ ਅਤੇ ਗੋਇੰਦਵਾਲ ਸਾਹਿਬ ਤੋਂ ਤੁਰ ਕੇ ਹੀ ਰਾਤੋਂ ਰਾਤ ਬਾਸਰ ਕੇ ਗਿੱਲਾ, ਜਿੱਥੇ ਮਹਾਰਾਜ ਦਾ ਕੋਠਾ ਸਾਹਿਬ ਸੀ ਪੈਲੀਆਂ ਦੇ ਵਿੱਚ, ਉੱਥੇ ਜਾ ਕੇ ਦਰਵਾਜ਼ਾ ਬੰਦ ਕਰਕੇ ਚੌਂਕੜਾ ਮਾਰ ਲਿਆ। ਫੱਟੀ ਲੈ ਕੇ ਲਾ ਦਿੱਤੀ ਕਿ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ। ਇਉਂ
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੌਤਕ ਕੀਤਾ। ਪਰ ਧੰਨ ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮੀ ਗੁਰੂ ਜੀ ਦੀ ਘੋੜੀ ਨੂੰ ਸ਼ਿੰਗਾਰ ਕੇ ਅੱਗੇ ਲਾ ਕੇ ਸੰਗਤ ਨਗਰ ਕੀਰਤਨ ਦੇ ਰੂਪ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੀ ਸ਼ਬਦ ਕੀਰਤਨ ਕਰਦੀ ਹੋਈ ਗੁਰੂ ਮਹਾਰਾਜ ਦੇ ਨਗਰ ਪਹੁੰਚ ਗਈ। ਅਤੇ ਪਿਛਲੇ ਪਾਸੇ ਸੰਨ ਲਾ ਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਉੱਥੇ ਗੁਰਦੁਆਰਾ ਸੰਨ ਸਾਹਿਬ ਬਣਿਆ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੜਾ ਸਖਤ ਬਚਨ ਕੀਤਾ ਬਾਬੇ ਸ੍ਰੀ ਚੰਦ ਨੇ ਕਿ ਇੰਨਾ ਲੰਬਾ ਦਾੜਾ ਕਿਉਂ ਵਧਾਇਆ। ਤਾਂ ਗੁਰੂ ਸਾਹਿਬ ਕਹਿਣ ਲੱਗੇ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ ਵਧਾਇਆ ਹੋਇਆ ਹੈ। ਇਹ ਸੰਤਾਂ ਦੀ ਅਵਸਥਾ ਹੈ, ਜਿਹੜੇ ਪੂਰਨ ਸੰਤ ਬ੍ਰਹਮ ਗਿਆਨੀ ਨੇ। ਪਰ ਦੁਨੀਆ ਬੜੀ ਖਰਾਬ ਹੈ, ਉਹ ਸੰਤਾਂ ਨੂੰ ਜੀਉਣ ਨਹੀਂ ਦਿੰਦੀ। ਹੁਣ ਰੱਬ ਨੇ ਜ਼ਿੰਦਗੀ ਦਿੱਤੀ ਹੈ, ਭੋਗਣੀ ਤਾਂ ਪੈਣੀ ਹੈ। ਅਤੇ ਹੁਣ ਮਹਾਰਾਜ ਨੂੰ ਚੰਗਾ ਨਹੀਂ ਲੱਗਦਾ, ਸੰਤ ਤਾਂ ਕੁੱਟ ਖਾਂਦੇ ਰਹਿੰਦੇ ਅਤੇ ਰੋਂਦੇ ਰਹਿੰਦੇ, ਆਪਦੇ ਕਰਮਾਂ ਨੂੰ ਕੋਸਦੇ। ਜਿਸ ਤਰ੍ਹਾਂ ਨਾਮਦੇਵ ਰੋਇਆ ਸੀਗਾ, ਨਾਲੇ ਗਲੇਡੂ ਸੁੱਟੀ ਜਾਏ ਨਾਲੇ ਲਾਮਾ ਦੇਈ ਜਾਏ ਵੀ ਮਹਾਰਾਜ ਜੇ ਮੈਂ ਸ਼ਿੰਬਿਆਂ ਘਰ ਜੰਮਿਆ ਤਾਂ ਮੇਰਾ ਕਸੂਰ ਥੋੜ੍ਹਾ। ਹੁਣ ਰੱਬ ਦੀ ਮਰਜ਼ੀ ਹੋ, ਜਿਹਦੀ ਘਰ ਮਰਜ਼ੀ ਭੇਜਦੇ, ਸਾਨੂੰ ਹੁਣ ਕੀ ਪਤਾ। ਜੇ ਸ਼ਿੰਬੇ ਇੰਨੇ ਮਾੜੇ ਸੀਗੇ ਅਤੇ ਤੂੰ ਬਾਹਮਣਾ ਘਰ ਮੈਨੂੰ ਭੇਜ ਦਿੰਦਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਮਾਰ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ। ਹੁਣ ਮੇਰਾ ਨਹੀਂ ਜੀ ਕਰਦਾ ਆਰਤੀ ਕਰਨ ਨੂੰ, ਤੂੰ ਦੱਸ ਮੈਂ ਗਰੀਬ ਕਿਹੜੇ ਖੂਹ 'ਚ ਪਵਾਂ ਦੱਸ। ਤਾਂ ਮਹਾਰਾਜ ਕਹਿੰਦੇ ਹਾਂ ਰੋਂਦਾ ਕਿਉਂ ਬਈ। ਕਹਿੰਦੇ ਮੰਦਰ 'ਚੋਂ ਬਾਹਰ ਕੱਢਤਾ। ਕਹਿੰਦੇ ਕਿੱਡੀ ਕੁ ਵੱਡੀ ਗੱਲ ਹੋ ਗਈ, ਤੂੰ ਬਾਹਰ ਬਹਿ ਕੇ ਆਰਤੀ ਕਰ ਲਾ। ਪਰ ਲਾਮਾ ਜਿਹਾ ਦਿੱਤਾ ਮਹਾਰਾਜ ਕੋਲੋਂ, ਸਾਰਿਆਂ ਨਹੀਂ ਗਿਆ, ਆਪਦਾ ਮੋਢਾ ਲਾਇਆ ਮੰਦਰ ਨੂੰ। ਚਾਹੀਦਾ ਤਾਂ ਇਹ ਸੀ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵਾਂਗ ਭਾਣਾ ਮਿੱਠਾ ਮੰਨਦੇ, ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਤੇਗ ਬਹਾਦਰ ਵਾਂਗ ਹੱਥ ਜੋੜ ਕੇ ਸਿਰ ਅੱਗੇ ਕਰ ਦਿੰਦੇ ਵੀ ਲਓ ਜੀ ਸਿਰ ਵੱਢੋ। ਦੱਸੋ ਇਸ ਤਰ੍ਹਾਂ ਬੰਦਾ ਕੋਈ ਕਰ ਸਕਦਾ। ਆਪਾਂ ਕਸੋਨੀ ਚੜਾਂਗੇ ਅਗਲੀ ਦੀ ਵੱਖੀ 'ਚ, ਮਾਰ ਕੇ ਉਹਦਾ ਜਬਾੜਾ ਖੇਡ ਦਿਆਂਗੇ ਵੀ ਤੂੰ ਕੌਣ ਹੈ ਬਈ, ਸਾਡੇ ਤਲਵਾਰ ਮਾਰਨਾ, ਫੜ ਕੇ ਤਲਵਾਰ ਉਹਦੇ ਹੀ ਠੋਕਾਂਗੇ। ਇੱਕ ਦੋ ਨੂੰ ਮਾਰ ਕੇ ਮਰਾਂਗੇ, ਮਰਨਾ ਤਾਂ ਹੈ। ਹੁਣ ਸਾਰੇ ਗੁਰੂ ਤੇਗ ਬਹਾਦਰ ਨਹੀਂ ਬਣ ਸਕਦੇ, ਤੁਸੀਂ ਦੱਸੋ ਬਣ ਸਕਦਾ ਕੋਈ। ਅਗਲੇ ਦੇ ਘਰ ਜਾ ਕੇ ਕਹੇ ਲੈ ਜੀ ਮੇਰਾ ਸਿਰ ਲਾ ਲਓ। ਮਹਾਰਾਜ ਤਾਂ ਪਰਮਾਤਮਾ ਸੀਗੇ, ਆਪਾਂ ਤਾਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ। ਕੋਈ ਤਤੀ ਤਵੀ 'ਤੇ ਬਿਠਾ ਕੇ ਥੱਲੇ ਅੱਗ ਬਾਲੀ ਜਾਏ ਅਤੇ ਹੱਥ ਜੋੜ ਕੇ ਆਖੀ ਜਾਏ ਤੇਰਾ ਕੀਆ ਮਿੱਠਾ ਲੱਗ। ਸਾਰੇ ਗੁਰੂ ਅਰਜਨ ਦੇਵ ਸੋੜੋ ਬਣ ਸਕਦੇ ਨੇ? ਬਿਲਕੁਲ ਨਹੀਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ, ਕਿਸੇ ਵੀ ਪੂਰਨ ਮਹਾਂਪੁਰਖ ਦੀ ਕੁਰਬਾਨੀ ਤੋਂ ਬਾਅਦ ਇਨਕਲਾਬ ਉੱਠਦਾ ਹੈ। ਬਾਕੀ ਪੰਜਵੇਂ ਪਾਤਸ਼ਾਹ ਨੇ ਹੁਕਮ ਕਰ ਹੀ ਦਿੱਤਾ ਸੀਗਾ ਕਿ ਸਾਰਿਆਂ 'ਚ ਇੰਨੀ ਸਮਰੱਥਾ ਨਹੀਂ ਹੁੰਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਫੌਜ ਬਣਾਉਣੀ ਹੈ, ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣਾ ਹੈ, ਤਖ਼ਤ 'ਤੇ ਬੈਠਣਾ ਹੈ ਅਤੇ ਤਲਵਾਰ ਪਕੜਾ ਕੇ ਯੁੱਧ ਕਰਨ ਦੀ ਸਿੱਖਿਆ ਦੇਣੀ ਹੈ। ਇਹ ਮਹਾਰਾਜ ਦਾ ਹੁਕਮ ਸੀਗਾ। ਤਾਂ ਛੇਵੇਂ ਪਾਤਸ਼ਾਹ ਜੀ ਨੇ 4 ਮਹਾਨ ਜੰਗਾਂ ਕੀਤੀਆਂ। ਜਿਹੜੇ ਲੋਕ ਡਰਦੇ ਸੀ ਉਹਨਾਂ ਨੂੰ ਤਲਵਾਰ ਫੜਾ ਕੇ ਆਖਿਆ ਜਾਂ ਮਰ ਜਾਓ ਜਾਂ ਮਾਰ ਦਿਓ, ਯਾਨੀ ਤਲਵਾਰ ਰਸਤੇ ਮੁਕਤੀ ਬਖਸ਼ੀ। ਫਿਰ 9ਵੇਂ ਪਾਤਸ਼ਾਹ ਜੀ ਨੇ ਜਾਂ ਸੀਸ ਬਲੀਦਾਨ ਦਿੱਤਾ, ਸੰਤਾਂ ਵਾਲੀ ਅਵਸਥਾ ਵਿਖਾਈ, ਪੂਰਨ ਬ੍ਰਹਮ ਗਿਆਨ ਵਾਲੀ। ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਪੂਰਨ ਬ੍ਰਹਮ ਗਿਆਨ ਦੀ ਹੱਦ ਕਰ ਦਿੱਤੀ। ਉਸ ਤੋਂ ਬਾਅਦ ਖਤਮ ਹੋ ਗਿਆ ਇਹ ਜਿਹੜਾ ਧੀਰਜ ਸੀਗਾ, ਬ੍ਰਹਮ ਗਿਆਨ ਸੀ, ਸਿਦਕ। ਮਹਾਰਾਜ ਨੇ ਬਿਲਕੁਲ ਹੱਦ ਬੰਨੇ ਟਪਾ ਦਿੱਤੇ। ਐਸੀ ਅਵਸਥਾ ਦੇ ਦਰਸ਼ਨ ਕਰਾਏ। ਬਾਅਦ 'ਚ ਕਲਗੀਧਰ ਮਹਾਰਾਜ ਨੇ ਸੋਚਿਆ ਵੀ ਹਰੇਕ 'ਚ ਬਲ ਨਹੀਂ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਅਤੇ ਅੰਮ੍ਰਿਤ ਛਕਾ ਕੇ ਕੱਲ੍ਹ ਸੰਗਤਾਂ ਦਰਸ਼ਨ ਕਰਨ ਗਈਆਂ, ਜਿੱਥੇ ਗੁਰੂ ਜੀ ਨੇ ਪ੍ਰਤੱਖ ਚਿੜੀਆਂ ਤੋਂ ਬਾਜ ਲੜਾਇਆ। ਉੱਥੇ ਗੁਰਦੁਆਰਾ ਆਪਣਾ ਬਾਗ ਸਾਹਿਬ ਹੈ, ਪਾਤਸ਼ਾਹੀ 10ਵੀਂ, ਅੰਬਾਲਾ ਸ਼ਹਿਰ ਦੇ ਵਿੱਚ। ਇੱਕ ਪੀਰ ਬੜਾ ਮਨ ਚਲਾ ਸੀ, ਬੜਾ ਹੰਕਾਰੀ ਸੀ। ਗੁਰੂ ਜੀ ਦੇ ਕੋਲ ਬੜਾ ਸੁੰਦਰ ਚਿੱਟਾ ਬਾਜ਼ ਸੀ, ਉਹਦੇ ਕੋਲ ਵੀ ਬਾਜ਼ ਸੀ।
ਮਹਾਰਾਜ ਜੀ ਛੋਟੀ ਉਮਰ ਦੇ ਵਿੱਚ ਬਚਪਨਾ ਸੀ, ਉਹਨੇ ਸੋਚਿਆ ਵੀ ਇਹ ਨਿਆਣਾ ਜਿਹਾ ਹੈ, ਇਹਦੇ ਕੋਲ ਬਾਜ ਖੋਲੋ। ਕਹਿੰਦਾ ਉਰਾ ਹੋ ਜੀ। ਮਹਾਰਾਜ ਕਹਿੰਦੇ ਹਾਂ ਦੱਸ ਕੀ ਚਾਹੀਦਾ। ਗੁਰੂ ਸਾਹਿਬ ਦਾ ਤੇਜ ਪ੍ਰਤਾਪ ਬੜਾ ਸੀ, ਕਲਗੀ ਲਾਈ ਹੋਈ, ਉਮਰ ਭਾਵੇਂ ਛੋਟੀ, ਸੋਹਲ ਸਰੀਰ, ਸੁੰਦਰ ਝੋਲਾ ਸਾਹਿਬ ਪਾਇਆ ਹੋਇਆ, ਨਾਲ ਮਾਮਾ ਕਿਰਪਾਲ ਚੰਦ ਜੀ। ਕਹਿੰਦੇ ਹਾਂਜੀ ਪੀਰ ਜੀ, ਇਹ ਬਾਲ ਗੁਰੂ ਗੋਬਿੰਦ ਰਾਏ ਜੀ ਨੇ, ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਿਬਜ਼ਾਦਾ। ਕੀ ਇਹਨਾਂ ਨਾਲ ਗੱਲ ਕਰਨੀ ਹੈ? ਕਹਿੰਦੇ ਇਹਨਾਂ ਨੂੰ ਕਹੋ ਵੀ ਬਾਜ ਲੜਾਉਣ, ਮੇਰੇ ਬਾਜ ਨਾਲ ਬਾਜ ਲੜਾਉਣ। ਉਹਦਾ ਮਨ ਲਾਲਚੀ ਵੇਖ ਕੇ ਗੁਰੂ ਸਾਹਿਬ ਨੇ ਕਿ ਬਾਜ ਨਾਲ ਬਾਜ ਲੜਾ ਕੇ ਸਾਡਾ ਬਾਜ ਜਿੱਤ ਕੇ ਇਹ ਬਾਜ ਲੈਣਾ ਚਾਹੁੰਦਾ। ਮਰ ਕਹਿੰਦੇ ਪੀਰਾ ਤੂੰ ਕੀ ਸਮਝਦਾ, ਬਾਜ ਨਾਲ ਬਾਜ ਲੜਾ ਦਿੱਤਾ, ਤੈਨੂੰ ਯਕੀਨ ਨਹੀਂ ਆਉਣਾ, ਤੇ ਲੈ ਤੈਨੂੰ ਆਪਾਂ ਦਿਖਾਉਂਦੇ ਹਾਂ ਗੁਰੂ ਘਰ ਦੀ ਤਾਕਤ। ਸਾਡੀਆਂ ਚਿੜੀਆਂ ਤੇਰੇ ਬਾਜ ਦੇ ਨਾਲ ਲੜਾਈ ਕਰਨਗੀਆਂ। ਕਹਿੰਦਾ ਇਹ ਕਿਵੇਂ ਹੋ ਸਕਦਾ, ਚਿੜੀਆਂ ਕਿਵੇਂ ਬਾਜ ਨਾਲ ਲੜ ਸਕਦੀਆਂ? ਮਹਾਰਾਜ ਕਹਿੰਦੇ ਵੇਖ ਲੜਾਈ ਹੈ, ਛੱਡ ਬਾਜ। ਉਹਨੇ ਬਾਜ ਛੱਡਿਆ ਅਤੇ ਦੋ ਚਿੜੀਆਂ ਉੱਥੇ ਬੈਠੀਆਂ ਹੋਈਆਂ ਸੀ। ਮਹਾਰਾਜ ਨੇ ਸਤਿਨਾਮ ਵਾਹਿਗੁਰੂ ਕਹਿ ਕੇ ਛਿੱਟਾ ਮਾਰਿਆ, ਆਖਿਆ ਵੀ ਲੜੋ ਬਾਜ ਨਾਲ। ਉਹਨਾਂ ਮਾਰ ਚੁੰਝਾਂ, ਜਿਸ ਤਰ੍ਹਾਂ ਛੋਟੀ ਜਿਹੀ ਕੀੜੀ ਸੱਪ ਨੂੰ ਲੱਗ ਜਾਏ, ਸੱਪ ਖਾ ਜਾਂਦੀ ਹੈ, ਤੁਸੀਂ ਭਾਵੇਂ ਨਾ ਯਕੀਨ ਕਰੋ। ਹਾਥੀ ਦੀ ਸੁੰਡ ਚੜ੍ਹ ਜਾਏ, ਹਾਥੀ ਨੂੰ ਖਤਮ ਕਰ ਦਿੰਦੀ ਹੈ। ਕੋਈ ਵੱਡੇ ਛੋਟੇ ਸਰੀਰ ਦੀ ਗੱਲ ਨਹੀਂ ਹੁੰਦੀ ਹੈ। ਅਤੇ ਇਸ ਲਈ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਮੋਟਾ ਤਾਜ਼ਾ ਪਹਿਲਵਾਨ ਨਹੀਂ ਸੀਗਾ, ਅੱਖੋਂ ਕਾਣਾ ਵੀ ਸੀਗਾ, ਪਰ ਗੱਲ ਤਾਂ ਵਾਹਿਗੁਰੂ ਦੀ ਕਿਰਪਾ ਦੀ ਪ੍ਰਭਾਵ ਦੀ ਹੈ। ਤਾਂ ਇਸ ਲਈ ਉਹਨੇ ਵੇਖੋ ਜਿਨ੍ਹਾਂ ਗੋਰਿਆਂ ਸਾਰੀ ਦੁਨੀਆ ਜਿੱਤੀ, ਉਹਨਾਂ ਗੋਰਿਆਂ ਨੇ ਡਰ ਦੇ ਮਾਰੇ ਸੰਧੀ ਕੀਤੀ। ਸੰਧੀ ਕੋਈ ਐਵੇਂ ਨਹੀਂ ਕਰਦਾ। ਇਸ ਵਾਸਤੇ ਇਹ ਗੁਰੂ ਸਾਹਿਬ ਨੇ ਤਾਕਤ ਦਿਖਾਈ। ਉੱਥੇ ਗੁਰਦੁਆਰਾ ਸਾਹਿਬ ਬਕਾਇਦਾ ਬਣਿਆ ਹੋਇਆ ਹੈ, चिड़ियों से मैं बाज लड़ाऊँ, 1.25 लाख से एक लड़ाऊँ, तब है गोबिंद सिंह नाम कहाऊँ। ऐसी कलगीधर दी अमर दी शक्ति हुई, अमर छिका के। सो जेड़े कहते सी काम हमारा तोलों तकड़ी, नंगी करद करे नहीं पकड़ी, ते चिड़ी उड़े डर से मर जाऊँ, तुरकन से कैसे लड़ पाऊँ। ते महाराज ने आखिया खंडे बाटे दा अमर छको, अमर छक के खालसा सजाया। ਇਹੋ ਜਿਹੀ ਬਹਾਦਰ ਕੌਮ ਪੈਦਾ ਕੀਤੀ ਜਿਹੜੀ ਸੋ ਬਾਜਾਂ ਦੇ ਨਾਲ ਵੀ ਚਿੜੀਆਂ ਦੀ ਲੜਾਈ ਦੀ ਤਰ੍ਹਾਂ ਤੁਰਕਾਂ ਦੇ ਨਾਲ ਮੁਕਾਬਲਾ ਕਰਕੇ ਵੇਖੋ। ਬਾਬਾ ਬੰਦਾ ਸਿੰਘ ਬਹਾਦਰ ਇੱਕ ਮਾਲਾ ਫੇਰਨ ਵਾਲਾ, ਬੱਕਰਾ ਵੱਢਣ ਤੋਂ ਇੰਨਾ ਗੁੱਸੇ ਹੋ ਗਿਆ, ਕਹਿੰਦਾ ਇੰਨਾ ਖੂਨ ਹੀ ਖੂਨ ਕਰ ਦਿੱਤਾ। ਮਹਾਰਾਜ ਨੇ ਕਹਿੰਦੇ ਕੀ ਹੋ ਗਿਆ ਓਏ? ਆਖੇ ਮੇਰਾ ਡੇਰਾ ਪਵਿੱਤਰ ਹੋ ਗਿਆ। ਕਹਿੰਦੇ ਇੰਨਾ ਪੰਜਾਬ ਦੇ ਵਿੱਚ ਖੂਨ ਵਗ ਰਿਹਾ, ਛੋਟੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਹੋਇਆ, ਕਿੰਨਾ ਘਾਣ ਹੋ ਰਿਹਾ ਕਤਲੇਆਮ। ਤੁਹਾਡੇ ਵਰਗੇ ਸਾਧ ਇੱਥੇ ਕੰਢਿਆਂ 'ਤੇ ਬੈਠੇ, ਨਦੀਆਂ 'ਤੇ ਲੋਕ ਆਪਦੀ ਜ਼ਿੰਦਗੀ ਸੁਖਮਈ ਬਤੀਤ ਕਰ, ਉੱਥੇ ਦੁਨੀਆ ਤਰਾਹ ਤਰਾਹ ਕਰਦੀ ਪਈ ਹੈ। ਇੱਕ ਬੱਕਰੇ ਦੇ ਨਾਲ ਤੇਰਾ ਡੇਰਾ ਪਵਿੱਤਰ ਹੋ ਗਿਆ ਅਤੇ ਇੰਨਾ ਖੂਨ ਪੰਜਾਬ ਦੀ ਧਰਤੀ 'ਤੇ ਵਗ ਰਿਹਾ, ਉਹਦੀ ਤੁਹਾਨੂੰ ਕੋਈ ਪਰਵਾਹ ਨਹੀਂ। ਖੰਡੇ ਬਾਟੇ ਦਾ ਅਮਰ ਛਕਾ ਕੇ ਉਸੇ ਹੀ ਵੈਰਾਗੀ ਸਾਧ ਨੂੰ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਬਣਾਇਆ। ਫਿਰ ਉਹਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਵਜੀਦਿਆਂ ਨੂੰ ਘੋੜੇ ਦੀਆਂ ਟਾਪਾਂ ਮਗਰ ਪਾ ਕੇ ਤੂੰ ਕੇ ਮਾਰਿਆ, ਘੜੀਸ ਕੇ। ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸਾਧ ਸੰਗਤ ਜੀ ਫਾਂਸੀ 'ਤੇ ਲਟਕਾਇਆ। ਮਾਰ ਸਮਾਣਾ ਵਿੱਚ ਮਿਲਾਤਾ ਮਿੱਟੀ ਦੇ ਸਿੰਘਾਂ ਨੇ, ਤੋ ਸਰਹੰਦ ਦੇ ਵਿੱਚ ਖੱਲਰ ਮਚਾਇਆ। ਬਾਬਾ ਬਾਜ ਸਿੰਘ ਜੀ ਉਹਨਾਂ ਨੂੰ ਗਵਰਨਰ ਥਾਪਿਆ। ਇਉਂ ਕਲਗੀਧਰ ਮਹਾਰਾਜ ਦੀ ਫੌਜ ਅੱਜ ਤੱਕ ਚੜ੍ਹਦੀ ਕਲਾ ਵਾਲੇ ਕਾਰਜ ਕਰ ਰਹੀ ਹੈ। ਪਿਛਲੇ ਦਿਨੀ ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਉਹਨਾਂ ਦੀ ਮੈਂ ਜੀਵਨੀ ਪੜ੍ਹ ਰਿਹਾ ਸੀ। ਕਿਸੇ ਮਨ ਚਲੇ ਆਫੀਸਰ ਨੇ ਸਿੰਘਾਂ ਨੂੰ ਪਰੇਸ਼ਾਨ ਕੀਤਾ, ਤੰਗ ਕੀਤਾ। ਉਹਨੇ ਮੂੰਗਫਲੀ ਦੀ ਲੜੀ ਲਾ ਲਈ। ਸ਼ਿਕਾਰ ਕਾਬੂ ਕਰਨਾ ਹੋਵੇ, ਕਬੂਤਰਾਂ ਨੂੰ ਦਾਣਾ ਬਾਈ ਦਾ, ਵੇਖ ਲਓ ਟੁੱਟੀ ਜੀ ਮੂੰਗਫਲੀ। ਦੁੱਕੀ ਤਿੱਕੀ ਦੀ ਨਾਲ ਬੰਦੇ ਦਾ ਮਨ ਪ੍ਰਸੰਨ ਹੋ ਜਾਂਦਾ। ਇੰਨੀ ਦੁਨੀਆ ਗਿਰੀ ਹੋਈ ਹੈ। ਵੇਖੋ 50-50 ਹਜ਼ਾਰ, ਲੱਖ 1.5 ਲੱਖ ਤਨਖਾਹਾਂ ਨੇ। ਜੂਸ ਵਾਲੇ ਦੀ ਰੇਹੜੀ 'ਤੇ ਜਾਣਗੇ, 10 ਰੁਪਏ ਦੇ ਕੇ ਨਹੀਂ ਜੇਬ 'ਚੋਂ ਰਾਜੀ। ਸਬਜ਼ੀ ਵਾਲੇ ਕੋ ਜਾਣਗੇ, ਕਹਿਣਗੇ ਸਬਜ਼ੀ ਪਾ ਦਿਓ। ਮੂੰਗਫਲੀ ਵਾਲੇ ਕੋ ਮੁੱਠ ਭਰੀ, ਉਹ ਵਿਚਾਰਾ ਗਰੀਬ, ਮੁੱਠ ਮੇਰੇ ਵਰਗੇ ਚੁੱਕ ਦੇ ਗਏ। ਬੱਚੇ ਕਿਤਨਾ ਪਾਲੂਗੇ?
ਮੂੰਗਫਲੀ ਦੀ ਰੇਹੜੀ ਲਾਈ ਵੀ ਸ਼ਿਕਾਰ ਆਏ। ਉਹ ਸੱਚਮੁੱਚ ਹੀ ਥਾਣੇ ਦੇ ਸਾਹਮਣੇ, ਤੇ ਇੱਕ ਨੇ ਆਖਿਆ ਵੀ ਚੱਲੋ ਇਹ ਲਿਫਾਫਾ ਭਰ ਕੇ ਤੁਰਦਾ ਬਣਿਆ। ਕਹਿੰਦੇ ਸਾਹਿਬ ਪੈਸੇ, ਮੁੜਾਸਾ ਜਿਹਾ ਕੀਤਾ ਹੋਇਆ ਸੀਗਾ। ਕਹਿੰਦੇ ਪੈਸੇ ਕਾਹਦੇ? ਜੇ ਪੈਸੇ ਲੈਣੇ ਸੀ ਤਾਂ ਕਿਸੇ ਗੁਰਦੁਆਰੇ ਦੇ ਅੱਗੇ ਲਾਉਂਦਾ, ਤੇ ਤੈਨੂੰ ਇੱਥੇ ਥਾਣੇ ਅੱਗੇ ਕਿਹਨੇ ਭੇਜਿਆ? ਤੈਨੂੰ ਪਤਾ ਨਹੀਂ ਵੀ ਸਾਹਿਬ ਨੇ ਮੂੰਗਫਲੀ ਮੰਗਾਈ ਆ, ਪੈਸੇ ਪੂਸੇ ਨਹੀਂ ਮਿਲਦੇ ਇੱਥੋਂ। ਕਹਿੰਦਾ ਪੁੱਤ ਬਾਂਹ ਤੋਂ ਫੜ ਲਿਆ ਵੀ ਲਿਫਾਫਾ ਇੱਥੇ ਰੱਖ ਦੇ, ਜਿਹੜਾ ਤੇਰਾ ਪਿਓ ਆ ਨਾ ਸਾਹ ਪਹਿਲਾਂ ਉਹਨੂੰ ਲੈ ਕੇ ਆ, ਫਿਰ ਮੈਂ ਆਪੇ ਉਹਦੇ ਕੋਲ ਪੈਸੇ ਲਊਂਗਾ। ਲਿਫਾਫਾ ਇੱਥੇ ਹੀ ਪਿਆ। ਅਸੀਂ ਗਰੀਬ ਬੰਦੇ, ਅਸੀਂ ਬੱਚੇ ਕਿੱਥੋਂ ਪਾਲਾਂਗੇ? ਉਹਨੇ ਸਮਝਿਆ ਵੀ ਐਵੇਂ ਹੀ ਹੈ। ਸਾਹਿਬ ਮੋਟੀਆਂ ਮੋਟੀਆਂ ਗਾਲਾਂ ਕੱਢਦਾ ਆਇਆ ਵੀ ਵੇਖਦੀ ਅੰਬਲਾ ਮਾਰੀ ਲੱਤ, ਤੇ ਰੇਹੜੀ ਆਉ ਗਈ ਤੇ ਆਉ ਗਈ। ਜਦ ਮੂੰਗਫਲੀ ਸਾਰੀ ਰੋੜ ਦਿੱਤੀ, ਉਸੇ ਵਕਤ ਹੀ ਵਿੱਚੋਂ ਗੰਨ ਕੱਢੀ, ਤੇ ਦੂਸਰੇ ਸਾਥੀ ਵੀ ਨਾਲ ਉਹ ਪ੍ਰਗਟ ਹੋ ਗਏ। ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਉਹ ਇੰਨਾ ਬਹਾਦਰ ਸੀਗਾ। ਉਹਦੀ ਧੌਣ 'ਤੇ ਪੈਰ ਰੱਖ ਕੇ ਕਹਿਣ ਲੱਗਾ ਵੀ ਪੁੱਤਰ, ਕਹਿੰਦੇ ਕੌਣ ਹੋ ਤੁਸੀਂ? ਕਹਿੰਦਾ ਮੈਂ ਉਹੀ ਹਾਂ ਜਿਹਨੂੰ ਤੂੰ ਲੱਭਦਾ ਸੀਗਾ। ਤੇ ਇਸ ਵਾਸਤੇ ਸੋ ਜਿਸ ਤਰ੍ਹਾਂ ਦਾ ਕੋਈ ਇਨਸਾਨ ਹੋਵੇ, ਜੇ ਉਸ ਤਰ੍ਹਾਂ ਦਾ ਹੀ ਬਣ ਕੇ ਦਿਖਾਏ ਤਾਂ ਹੀ ਮੱਤ ਆਉਂਦੀ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇਹ ਲਿਖਿਆ ਵੀ ਸੰਤਾਂ ਦੀ ਅਵਸਥਾ ਤਾਂ ਆ ਤੁਹਾਨੂੰ ਦੱਸ ਰਹੇ ਹਾਂ, ਪਰ ਲੋਕ ਜ਼ਿੰਦਗੀ ਜਿਉਣ ਨਹੀਂ ਦਿੰਦੇ। ਸੰਤ ਤਾਂ ਉਹੋ ਜਿਹੀ ਅਵਸਥਾ ਰੱਖਦੇ ਨੇ, ਪਰ ਮਹਾਰਾਜ ਕਹਿੰਦੇ ਮੂਰਖ ਗੰਢ ਪਵੈ ਮੋਹੇ ਮਾਰ। ਜੇ ਕੋਈ ਮੂਰਖ ਬੰਦਾ ਬੱਕੜਵਾਦ ਮਾਰਦਾ ਹੋਵੇ, ਗੁਰੂ ਸਾਹਿਬ ਦੀ ਉਲਟ ਗੁਰੂ ਕੀ ਸੰਗਤ, ਜਿੰਨਾ ਚਿਰ ਉਹਦੇ ਮੂੰਹ 'ਤੇ ਨਾ ਵੱਜੇ ਉਹਨਾਂ ਚਿਰ ਉਹਨੂੰ ਮੱਤ ਨਹੀਂ ਆਉਂਦੀ। ਉਹ ਮੱਤ ਗੁਰੂ ਕਲਗੀਧਰ ਜੀ ਦਾ 6ਵੇਂ ਪਾਤਸ਼ਾਹ ਦਾ ਵੱਖਰਾ, ਇਹ ਸਾਧ ਸੰਗਤ ਜੀ ਉਹ ਸੰਤਾਂ ਦਾ ਮੱਤ ਹੈ। ਗੁਰੂ ਮਹਾਰਾਜ ਜੀ ਨੇ ਸ਼ਸਤਰਧਾਰੀ ਫੌਜ ਬਣਾਈ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਧਰਮ ਚਲਾਵਣ ਸੋ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਯਾਹੀ ਕਾਜ ਤਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਮ ਮਨ ਮੰਗ। ਗੁਰੂ ਮਹਾਰਾਜ ਨੇ ਤਲਵਾਰ ਦੇ ਰਸਤੇ ਵੀ ਮੁਕਤੀ ਬਖਸ਼ਿਸ਼ ਕੀਤੀ ਹੈ, ਪਰ ਨਾਮ ਜਪਣ ਵਾਲਿਆਂ ਦੀ ਇਹ ਉੱਚੀ ਅਵਸਥਾ ਹੈ, ਬ੍ਰਹਮ ਗਿਆਨ ਵਾਲੀ। ਜੋ ਦੀਸੈ ਸੋ ਤੇਰਾ ਰੂਪ, ਜੋ ਕੁਝ ਵੇਖਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਦੇਖਦੇ ਨੇ। ਪਰ ਸਾਧ ਸੰਗਤ ਜੀ ਇਹ ਗੱਲ ਦਾ ਵੀ ਚੇਤਾ ਰੱਖਣਾ ਚਾਹੀਦਾ ਵੀ ਸੰਤਾਂ ਤਾਂ ਮਾਫ ਕਰ ਦਿੰਦੇ ਨੇ, ਪਰ ਜਿਵੇਂ ਪ੍ਰਹਿਲਾਦ ਭਗਤ ਦੀ ਰੱਖਿਆ ਕਰਨ ਵਾਸਤੇ ਵਾਹਿਗੁਰੂ ਜੀ ਨੂੰ ਗੁੱਸਾ ਆਇਆ ਤੇ ਉਹਨੇ ਨਰਸਿੰਘ ਰੂਪ ਧਾਰ ਕੇ ਹਰਨਾਖਸ਼ ਦਾ ਖਾਤਮਾ ਕੀਤਾ। ਇਸੇ ਤਰ੍ਹਾਂ ਰਾਮ ਦੇ ਰੂਪ ਦੇ ਵਿੱਚ ਉਹਨੇ ਰਾਵਣ ਨੂੰ ਮਾਰਿਆ, ਕ੍ਰਿਸ਼ਨ ਦੇ ਰੂਪ 'ਚ ਕੰਸ ਨੂੰ ਮਾਰਿਆ। ਇਸੇ ਤਰ੍ਹਾਂ ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਬ ਤਬ ਦੇਹ ਤਰਤ ਅਵਤਾਰਾ। ਅਤੇ ਕਲਗੀਧਰ ਮਹਾਰਾਜ ਨੇ ਸੰਤਾਂ ਦੀ ਰੱਖਿਆ ਕਰਨ ਲਈ ਆਪ ਦਾ ਵੀਰਸੀ ਸਰੂਪ ਪ੍ਰਗਟ ਕੀਤਾ। ਇਉਂ ਪਰਮਾਤਮਾ ਨਹੀਂ ਬਖਸ਼ਦਾ, ਰੱਬ ਦੇ ਘਰ ਦੇ ਵਿੱਚ ਮਾਫੀ ਨਹੀਂ ਹੈ। ਸੰਤ ਤਾਂ ਮਾਫ ਕਰ ਦਿੰਦੇ ਨੇ, ਪਰ ਰੱਬ ਮਾਫ ਨਹੀਂ ਕਰਦਾ। ਇਉਂ ਮਹਾਰਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਤਾਂ ਦੀ ਰਹਿਣੀ ਦੱਸਦੇ ਹਨ। ਸ਼ਸਤਰ ਤੀਖਨ ਕਾਟ ਡਾਰਿਓ। ਜਿਵੇਂ ਕੋਈ ਤਿੱਖੇ ਸ਼ਸਤਰ ਹਥਿਆਰ ਕੁਹਾੜੀ ਆਦਿਕ ਨਾਲ ਦਰਖਤ ਨੂੰ ਕੱਟ ਕੇ ਸੁੱਟ ਦੇਵੇ। ਮਨ ਨਾ ਕੀਨੋ ਰੋਸ। ਪਰ ਬ੍ਰਿਕਸ਼ ਆਪਣੇ ਮਨ ਹਿਰਦੇ ਵਿੱਚ ਕੋਈ ਵੀ ਗੁੱਸਾ ਨਹੀਂ ਕਰਦਾ। ਕਾਂ ਜੋ ਆਕੋਲੇ ਸਵਾਰਿਓ। ਸਗੋਂ ਉਸ ਦਾ ਕੰਮ ਲੈ ਕੇ ਸੰਵਾਰ ਦਿੰਦਾ ਹੈ, ਕੁਹਾੜੇ 'ਚ ਦਸਤਾ ਪਾ ਦਿੰਦਾ। ਸਾਡਾ ਫਰਨੀਚਰ ਆਦਿਕ ਘਰ ਦੇ ਵਿੱਚ ਕੰਮ ਆਉਂਦਾ, ਬੜੇ ਕੰਮ ਆਉਂਦਾ ਹੈ ਦਰਖਤ। ਤਿਲ ਨ ਦੀਨੋ ਦੋਸ। ਥੋੜ੍ਹੇ ਮਾਤਰ ਵੀ ਕਿਸੇ ਨੂੰ ਦਰਖਤ ਦੋਸ਼ ਨਹੀਂ ਦੇਣਾ ਕਰਦਾ। ਇਸੇ ਤਰ੍ਹਾਂ ਭਾਵੇਂ ਕੋਈ ਤਿੱਖੇ ਸ਼ਸਤਰਾਂ ਨਾਲ ਸੰਤਾਂ ਦਾ ਸਰੀਰ ਕੱਟ ਦੇਵੇ, ਕੋਈ ਅਤਿਅੰਤ ਦੁੱਖ ਵੀ ਦੇਵੇ,
ਤਾਂ ਵੀ ਮਨ ਵਿੱਚੋਂ ਕੋਈ ਰੋਸ ਨਹੀਂ ਕਰਦੇ। ਰੋਸ ਨ ਕਾਹੂ ਸੰਗ ਕਰੋ, ਆਪਣਾ ਵਿਚਾਰ ਹੋਏ ਨਿਮਾਣਾ ਜਗ ਰਹੋ। ਤੇ ਹੋਏ ਨਿਮਾਣਾ ਜਗ ਰਹੋ। ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਨਿਮਾਣੇ ਬਣ ਕੇ ਜਗਤ ਦੇ ਵਿੱਚ ਰਹਿਣ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਸਗੋਂ ਸੰਤ ਉਹਨਾਂ ਦੇ ਮੁਕਤੀ ਰੂਪ ਕਾਰਜ ਨੂੰ ਲੈ ਕੇ ਸੰਵਾਰ ਦਿੰਦੇ, ਤਿਲ ਮਾਤਰ ਵੀ ਦੋਸ਼ ਨਹੀਂ ਦਿੰਦੇ। ਨਾਨਕ ਨਦਰੀ ਪਾਰ ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਨੇ। ਮਨ ਮੇਰੇ ਇਸ ਲਈ ਹੇ ਮੇਰਿਆ ਮਨਾ, ਰਾਮ ਰਉ ਨਿਤ ਨੀਤ। ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਨਿਤਾ ਪ੍ਰਤੀ ਉਚਾਰਨ ਕਰੋ, ਸਿਮਰਨ ਕਰੋ ਜਾਂ ਨਿਤ ਸਰੂਪ ਪਰਮੇਸ਼ਰ ਦੇ ਜਸ ਨੂੰ ਪ੍ਰੀਤੀ ਰੂਪ ਰਸਨਾ ਦੁਆਰਾ ਸਦਾ ਉਚਾਰਨ ਕਰੋ। ਦਇਆਲ ਦੇਵ ਕਿਰਪਾਲ ਗੋਬਿੰਦ। ਦਇਆ ਦੇ ਘਰ ਪੂਜਨੀਕ ਪ੍ਰਕਾਸ਼ ਰੂਪ ਕਿਰਪਾਲੂ ਸਰੂਪ ਜੋ ਪਰਮੇਸ਼ਰ ਦੇ ਸੰਤ ਜਨ ਹਨ। ਸੋਨ ਸੰਤਨਾ ਕੀ ਰੀਤ। ਉਹਨਾਂ ਸੰਤ ਜਨਾਂ ਦੀ ਰੀਤੀ ਮਰਿਆਦਾ ਨੂੰ ਸੁਣਨਾ ਕਰੋ ਭਾਈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਚਾਰਣ ਤਲੈ ਉਗਾਹੇ ਬੈਸਿਓ। ਸੋ ਮਲਾਹ ਨੇ ਵੇਖੋ ਉਸ ਖੱਟੇ ਬ੍ਰਿਕਸ਼ ਦੀ ਬੇੜੀ ਬਣਾਈ। ਫਿਰ ਉਸ ਬੇੜੀ ਨੂੰ ਮੁਸਾਫਿਰ ਆਪਣੇ ਪੈਰਾਂ ਥੱਲੇ ਦੱਬ ਕਰਕੇ ਉਸ ਦੇ ਵਿੱਚ ਬੈਠ ਜਾਂਦਾ ਹੈ। ਸਰਾਮ ਨਹਿ ਰਹਿਓ ਸਰੀਰ। ਫਿਰ ਪੜੋ। ਸ਼ਰਮ ਨ ਰਹਿਓ ਸਰੀਰ। ਸ਼ਰਮ ਨਾ ਰਹਿਓ ਸਰੀਰ। ਨਦੀ ਦੀ ਤਾਜ਼ੀ ਹਵਾ ਲੱਗਣ ਕਰਕੇ ਉਹਦੇ ਸਰੀਰ ਦੀ ਤਨ ਦੀ ਸ਼ਰਮ ਥਕਾਵਟ ਨਹੀਂ ਰਹਿੰਦੀ ਹੈ। ਮਹਾਸਾਗਰ ਨਹਿ ਵਿਆਪੈ। ਉਸ ਪੁਰਸ਼ ਨੂੰ ਬੇੜੀ ਵਿੱਚ ਬੈਠਣ ਕਰਕੇ ਵੱਡੇ ਸਮੁੰਦਰ ਭਾਵ ਅਥਾਹ ਪਾਣੀ ਦੀਆਂ ਲਹਿਰਾਂ ਨਹੀਂ ਵਿਆਪਦੀਆਂ। ਖਿਨ ਹੈ ਉਤਰਿਓ ਤੀਰ। ਪਰ ਉਹ ਇੱਕ ਖਿਣ ਦੇ ਵਿੱਚ ਭਾਵ ਥੋੜੇ ਸਮੇਂ ਵਿੱਚ ਹੀ ਪਾਰਲੇ ਕਿਨਾਰੇ ਤੇ ਉਤਰ ਜਾਂਦਾ। ਵੇਖੋ ਦਰਖਤ ਨੂੰ ਕੱਟਿਆ ਪਰ ਉਹਨੇ ਗੁੱਸਾ ਨਹੀਂ ਕੀਤਾ, ਬੇੜੀ ਬਣ ਕੇ ਪੂਰਾਂ ਦੇ ਪੂਰ ਪਾਰ ਲੰਘਾ ਦਿੱਤੇ। ਇਸੇ ਪ੍ਰਕਾਰ ਸੰਤ ਜਨ ਸਾਰਿਆਂ ਦੇ ਚਰਨਾਂ ਦੇ ਤਲੇ ਭਾਵ ਧੂੜ ਬਣੇ ਰਹਿੰਦੇ। ਉਹਨਾਂ ਦੀ ਸਾਧ ਸੰਗਤ ਰੂਪ ਨੌਕਾ ਵਿੱਚ ਜੋ ਵੀ ਆਪਣੇ ਸੰਕਲਪ ਦੱਬ ਕੇ ਬੈਠ ਜਾਂਦਾ ਹੈ ਉਸ ਨੂੰ ਜੂਨਾਂ ਵਿੱਚ ਭਰਮਣ ਰੋਗ ਸਰੀਰ ਦੀਆਂ ਥਕਾਵਟਾਂ ਨਹੀਂ ਰਹਿੰਦੀਆਂ। ਸੰਸਾਰ ਸਮੁੰਦਰ ਦੇ ਪਦਾਰਥ ਰੂਪ ਪਾਣੀ ਵਿੱਚ ਡੁੱਬਣ ਦਾ ਡਰ ਵੀ ਨਹੀਂ ਉਹਨੂੰ ਲੱਗਦਾ ਅਤੇ ਸਾਧ ਸੰਗਤ ਦੀ ਕਿਰਪਾ ਦੁਆਰਾ ਇੱਕ ਖਿਣ ਵਿੱਚ ਹੀ ਮੁਕਤੀ ਰੂਪ ਪਾਰਲੇ ਕਿਨਾਰੇ 'ਤੇ ਉਤਰ ਜਾਂਦਾ ਹੈ। ਚੰਦਨ ਅਗਰ ਕਪੂਰ ਲੇਪਨ। ਪੰਜਾਂ ਤੱਤਾਂ ਦੁਆਰਾ ਸੰਤਾਂ ਦੀ ਹੁਣ ਗੁਣ ਕਥਨ ਕਰਦੇ ਨੇ। ਪਹਿਲਾਂ ਧਰਤੀ ਦਾ ਦ੍ਰਿਸ਼ਟਾਂਤ ਦਿੰਦੇ ਨੇ। ਜਿਵੇਂ ਜੋ ਮਨੁੱਖ ਧਰਤੀ ਦੇ ਉੱਪਰ ਚੰਦਨ ਅਗਰ ਦੀ ਲੱਕੜੀ ਅਤੇ ਮਸ਼ਕਪੂਰ ਆਦਿ ਸੁਗੰਧਿਤ ਪਦਾਰਥਾਂ ਦਾ ਲੇਪਨ ਕਰਦਾ ਹੈ। ਤਿਸ ਸੰਗੇ ਨਹੀਂ ਪ੍ਰੀਤ। ਧਰਤੀ ਤਿਸ ਦੇ ਨਾਲ ਕੋਈ ਪ੍ਰੀਤੀ ਪ੍ਰੇਮ ਨਹੀਂ ਕਰਦੀ। ਨਿਸ਼ਟਾ ਮੂਤਰ ਖੋਦ ਤਿਲ ਤਿਲ। ਧਰਤੀ ਤੇ ਭਾਵੇਂ ਕੋਈ ਗੰਦਗੀ ਮੂਤਰ ਪਿਸ਼ਾਬ ਕਰਦਾ, ਭਾਵੇਂ ਕੋਈ ਰੱਤਾ ਰੱਤਾ ਕਰਕੇ ਪੁੱਟਣਾ ਕਰਦਾ ਹੈ। ਮਨ ਨਾ ਮਨੀ ਵਿਪਰੀਤ। ਪਰ ਧਰਤੀ ਆਪਣੇ ਮਨ ਵਿੱਚ ਵਿਰੋਧ ਭਾਵ ਨਹੀਂ ਮੰਨਦੀ। ਇਸੇ ਪ੍ਰਕਾਰ ਜੇਕਰ ਕੋਈ ਸੰਤ ਜਨ ਆਗੇ ਚੰਦਨ ਅਗਰ ਕਪੂਰ ਆਦਿ ਦੀ ਸੁਗੰਧੀ ਦਿਖਾਉਣਾ ਕਰੇ, ਸੰਤਾਂ ਦੀ ਵਡਿਆਈ ਕਰੇ ਕਿ ਸੰਤ ਜਨ ਚੰਦਨ ਦੀ ਤਰ੍ਹਾਂ ਵਿਰਾਗਮਾਨ ਨੇ, ਅਗਰ ਦੀ ਤਰ੍ਹਾਂ ਨਿਸ਼ਕਾਮ ਕਰਮਾਂ ਵਾਲੇ ਨੇ, ਕਪੂਰ ਤੋਂ ਭਾਵ ਮਾਂ ਵਾਕਾਂ ਦੀ ਉਚਾਰਨ ਵਾਲੇ ਨੇ, ਇਤਿਆਦਿਕ ਉਸਤਤ ਰੂਪ ਲੇਪਣ ਕਰੇ ਤਾਂ ਉਸ ਨਾਲ ਸੰਤ ਜਨ ਮੋਹ ਨਹੀਂ ਕਰਦੇ। ਅਤੇ ਜੋ
ਵਿਸ਼ਟਾ ਦੀ ਤਰ੍ਹਾਂ ਨਿੰਦਿਆ ਕਰਦਾ, ਮੂਤਰ ਦੀ ਤਰ੍ਹਾਂ ਦਰਕਾ ਉਠਾਉਂਦਾ, ਤੇ ਤਿਲ ਤਿਲ ਕਾਲ ਵਿੱਚ ਨਿਖੇਧੀ ਕਰਨ ਨੂੰ ਖੇਦਣਾ ਕਰਦਾ, ਖੋਦਣਾ ਕਰਦਾ। ਸੰਤ ਜਨ ਉਹਦਾ ਆਪਣੇ ਮਨ ਵਿੱਚ ਉਲਟਾ ਹੋਣਾ ਨਹੀਂ ਮੰਨਦੇ, ਭਾਵ ਸਭ ਦਾ ਭਲਾ ਲੋਚਦੇ ਨੇ। ਊਚ ਨੀਚ ਬੇਕਾਰ ਸੁਕ੍ਰਿਤ, ਆਕਾਸ਼ ਦੁਆਰਾ ਸੰਤਾਂ ਦੇ ਲੱਖਣ ਦੱਸਦੇ ਨੇ, ਭਾਵੇਂ ਕੋਈ ਉੱਚੀ ਜਾਤ ਜਾਂ ਨੀਵੀਂ ਜਾਤੀ ਦਾ ਹੈ, ਭਾਵੇਂ ਕੋਈ ਵਿਕਾਰਾਂ 'ਚ ਲੱਗਿਆ ਜਾਂ ਪੁੰਨੀ ਪੁਰਖ ਹੈ। ਸੰਗ ਲਗਨ ਸਭ ਸੁਖ ਛਤਰ, ਪਰ ਆਕਾਸ਼ ਸਾਰਿਆਂ ਦੇ ਵਿੱਚ ਸੰਗ ਭਲੀ ਪ੍ਰਕਾਰ ਲੱਗਿਆ ਮਿਲਿਆ ਰਹਿੰਦਾ ਹੈ, ਅਤੇ ਸਾਰਿਆਂ ਦਾ ਹੀ ਸੁੱਖਾਂ ਦਾ ਛਤਰ ਬਣਿਆ ਰਹਿੰਦਾ ਹੈ। ਨਿਤਰ ਸਤਰ ਨਾ ਕਛੂ ਜਾਣੈ, ਆਕਾਸ਼ ਨਾ ਕਿਸੇ ਨੂੰ ਮਿੱਤਰ ਦੋਸਤ ਸਮਝਦਾ, ਨਾ ਹੀ ਕਿਸੇ ਨੂੰ ਕੁਝ ਆਪਣਾ ਦੁਸ਼ਮਣ ਜਾਣਦਾ ਹੈ। ਸਰਬ ਜੀ ਅਸਮਤ, ਉਹ ਸਾਰੇ ਜੀਵਨ ਦੇ ਵਿੱਚ ਇੱਕ ਸਮਾਨ ਹੋ ਕੇ ਮਿਲਿਆ ਹੋਇਆ ਹੈ। ਇਸੇ ਤਰ੍ਹਾਂ ਸੰਤ ਜਨਾਂ ਬਾਸ ਕੋਈ ਉੱਚੀ ਜਾਤੀ ਜਾਂ ਨੀਵੀਂ ਜਾਤੀ ਵਾਲਾ ਆ ਜਾਏ, ਭਾਵੇਂ ਕੋਈ ਵਿਕਾਰੀ ਜਾਂ ਪੁੰਨੀ ਪੁਰਖ ਆ ਜਾਏ, ਉਹ ਸਭਨਾਂ ਦੇ ਵਿੱਚ ਭਲੀ ਪ੍ਰਕਾਰ ਮਿਲੇ ਹੋਏ ਰਹਿੰਦੇ, ਅਤੇ ਸਾਰਿਆਂ ਨੂੰ ਛਤਰ ਰੂਪ ਹੋ ਕੇ ਸੁੱਖ ਦੇਣ ਵਾਲੇ ਹੁੰਦੇ ਨੇ, ਜਾਂ ਸਾਰਿਆਂ ਦੇ ਹਿਰਦੇ ਅੰਦਰ ਪ੍ਰਭੂ ਦਾ ਜਸ ਰੂਪ ਛਤਰ ਫੈਲਾਉਣ ਵਾਲੇ ਨੇ। ਚਾਹੇ ਕੋਈ ਉਹਨਾਂ ਨਾਲ ਵੈਰ ਜਾਂ ਦੋਸਤੀ ਕਰੀ ਜਾਏ, ਪਰ ਸੰਤ ਜਨ ਦੋਹਾਂ 'ਚ ਮਿੱਤਰਤਾ ਦੁਸ਼ਮਣੀ ਕੁਝ ਨਹੀਂ ਜਾਣਦੇ, ਸਾਰੇ ਜੀਵਾਂ ਵਿੱਚ ਸਮਾਨਤਾ ਨਾਲ ਵਰਤਦੇ ਹਨ। ਘਰ ਪਰਗਾਸ ਪ੍ਰਚੰਡ ਪ੍ਰਗਟਿਓ, ਹੁਣ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਸੰਤਾਂ ਦੇ ਲੱਖਣ ਦੱਸਦੇ ਨੇ। ਜਿਸ ਪ੍ਰਕਾਰ ਪ੍ਰਚੰਡ ਸੂਰਜ ਆਪਣੀਆਂ ਕਿਰਨਾਂ ਨਾਲ ਚਾਨਣਾ ਕਰਦਾ ਹੋਇਆ ਪ੍ਰਗਟ ਹੁੰਦਾ ਹੈ। ਅੰਧਕਾਰ ਬਿਨਾਸ, ਉਸ ਵੇਲੇ ਹਨੇਰਾ ਨਾਸ਼ ਹੋ ਜਾਂਦਾ ਹੈ। ਪਵਿੱਤਰ ਅਪਵਿੱਤਰਤਾ ਹੈ ਕਿਰਨ ਲਾਗੇ, ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ। ਸਾਫ ਥਾਵਾਂ ਅਤੇ ਮੰਦੀਆਂ ਰੂੜੀਆਂ ਆਦਿਕ ਦੀਆਂ ਥਾਵਾਂ ਵਿੱਚ ਉਸ ਦੀਆਂ ਕਿਰਨਾਂ ਲੱਗਦੀਆਂ ਹਨ। ਮਨ ਨਾ ਭਇਓ ਬੇਖਾਦ, ਪਰ ਸੂਰਜ ਦੇ ਮਨ ਹਿਰਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ। ਇਸੇ ਪ੍ਰਕਾਰ ਸੰਤ ਜਨਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਰੂਪੀ ਸੂਰਜ ਪਰੋਖ ਅਪਰੋਖ ਗਿਆਨ ਰੂਪ ਕਿਰਨਾਂ ਨਾਲ ਚਾਨਣਾ ਕਰਦਾ ਹੋਇਆ ਪ੍ਰਗਟ ਹੋ ਜਾਂਦਾ ਹੈ, ਜਿਸ ਕਰਕੇ ਅਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ ਹੈ। ਕੋਈ ਪਵਿੱਤਰ ਭਾਵ ਪੁੰਨੀ ਪੁਰਖ ਅਤੇ ਕੋਈ ਅਪਵਿੱਤਰ ਹੈ ਪਾਪੀ ਪੁਰਖ ਸੰਤ ਜਨਾਂ ਕੋਲ ਆ ਜਾਏ, ਸਭ ਨੂੰ ਗਿਆਨ ਰੂਪੀ ਕਿਰਨਾਂ ਲਗਾਉਂਦੇ, ਭਾਵ ਸਭ ਦਾ ਭਲਾ ਕਰਦੇ ਨੇ, ਅਤੇ ਉਹਨਾਂ ਦੇ ਮਨ ਵਿੱਚ ਕੋਈ ਦੁੱਖ ਪ੍ਰਤੀਤ ਨਹੀਂ ਹੁੰਦਾ ਹੈ। ਸੀਤ ਮੰਦ ਸੁਗੰਧ ਚਲਿਓ, ਜਿਵੇਂ ਹਵਾ ਠੰਡੀ ਹੌਲੀ ਹੌਲੀ ਤੇ ਸੁਗੰਧੀ ਵਾਲੀ ਹੋ ਕੇ ਚੱਲਦੀ ਹੈ। ਸਰਬ ਥਾਨ ਸਮਾਨ, ਸਾਰੀਆਂ ਥਾਵਾਂ 'ਚ ਬਰਾਬਰ ਹੋ ਕੇ ਚੱਲਦੀ ਹੈ। ਜਹਾਂ ਸਾ ਕਿਛ ਤਹਾਂ ਲਾਗਿਓ, ਜਿੱਥੇ ਜਿਹੋ ਜਿਹਾ ਪਦਾਰਥ ਜੋ ਕੁਝ ਵੀ ਹੁੰਦਾ ਉੱਥੇ ਉਹੋ ਜਿਹੀ ਹੋ ਕੇ ਲੱਗਦੀ ਹੈ। ਤਿਲ ਨਾ ਸੰਕਾ ਮਾਨ, ਰੰਜਕ ਮਾਤਰ ਵੀ ਸ਼ੰਕਾ ਨਹੀਂ ਮੰਨਦੇ। ਇਸੇ ਪ੍ਰਕਾਰ ਸੰਤ ਜਨ ਸੀਤਲ ਬਚਨ ਬੋਲਦੇ, ਹੌਲੀ ਹੌਲੀ ਧੀਰਜਤਾ ਨਾਲ ਭਗਤੀ ਦੀ ਸੁਗੰਧੀ ਸਹਿਤ ਚੱਲਦੇ ਨੇ, ਅਤੇ ਸਾਰੀਆਂ ਥਾਵਾਂ 'ਚ ਇੱਕ ਬਰਾਬਰ ਬਿਰਤੀ ਰੱਖਦੇ, ਸਭ ਥਾਵਾਂ 'ਚ ਪਰਮੇਸ਼ਰ ਦੀ ਜੋਤ ਸਮਾਈ ਹੋਈ ਜਾਣਦੇ। ਜਿਹੋ ਜਿਹਾ ਉਹਨਾਂ ਨੂੰ ਕੋਈ ਪੁਰਸ਼ ਮਿਲਦਾ, ਉਹਨੂੰ ਉਸੇ ਪ੍ਰਕਾਰ ਕਲਿਆਣ ਕਰਨੇ ਵਾਲੇ ਹੋ ਕੇ ਮਿਲਦੇ ਨੇ, ਲੱਗਦੇ ਨੇ, ਅਤੇ ਤਿਲ ਮਾਤਰ ਵੀ ਉਹਨਾਂ ਦੇ ਕਰਮਾਂ ਸੁਕਰਮਾਂ ਦੀ ਸ਼ੰਕਾ ਨਹੀਂ ਮੰਨਦੇ, ਭਾਵ ਉਹਨਾਂ ਦੇ ਜੀਵਨ ਪਾਪਾ ਪੁੰਨਾਂ ਤੋਂ ਨਿਰਲੇਪ ਰਹਿੰਦੇ ਹਨ। ਸੁਭਾਏ ਅਭਾਏ ਜੋ ਨਿਕਟ ਆਵੈ, ਅੱਗ ਇਹਦੀ ਉਦਾਹਰਨ ਦੇ ਕੇ ਸੰਤਾਂ ਦੇ ਲੱਖਣ ਸਪਸ਼ਟ ਕਰਦੇ ਨੇ। ਸੁਭਾਏ ਚੰਗੀ ਭਾਵਨਾ ਧਾਰ ਕੇ, ਜਾਂ ਅਪਾਏ
ਭਾਵਨਾ ਤੋਂ ਬਿਨਾਂ ਜਿਹੜਾ ਵੀ ਅੱਗ ਦੇ ਨੇੜੇ ਆ ਜਾਵੇ ਸੀਤ ਤਾਕਾਂ ਜਾਏ। ਉਹਦਾ ਸਰਦੀ ਦੀ ਰੁੱਤ ਵਿੱਚ ਠੰਡ ਦਾ ਦੁੱਖ ਚਲਿਆ ਜਾਂਦਾ ਹੈ। ਆਪ ਪਰ ਕਾ ਕਛ ਨਾ ਜਾਣੈ। ਆਪਣਾ ਤੇ ਪਰਾਈ ਦਾ ਭੇਦ ਭਾਵ ਕੁਝ ਨਹੀਂ ਜਾਣਦੀ ਅੱਗ। ਸਦਾ ਸਹਿਜ ਸੁਭਾਏ। ਸਹਿਜੇ ਹੀ ਅੱਗ ਦਾ ਐਸਾ ਸੁਭਾਵ ਹੈ। ਇਸ ਪ੍ਰਕਾਰ ਅੱਗ ਦੇ 4 ਸੁਭਾਅ ਨੇ, ਭਾਵ ਸ਼ੇਰ ਆਦਿ ਦੇ ਭੈ ਤੋਂ ਨਿਰਭੈ ਕਰਦੀ ਹੈ, ਪ੍ਰਕਾਸ਼ ਕਰਦੀ ਹੈ, ਠੰਡ ਲਾਉਂਦੀ ਹੈ ਅਤੇ ਸਾੜਦੀ ਹੈ। ਇਸੇ ਤਰ੍ਹਾਂ ਸੰਤ ਜਨਾਂ ਦੀ ਸੰਗਤ 'ਚ ਕੋਈ ਸ਼ਰਧਾ ਭਾਵਨਾ ਜਾਂ ਭਾਵਨਾ ਤੋਂ ਬਿਨਾਂ ਨੇੜੇ ਆ ਜਾਂਦਾ, ਉਹਨਾਂ ਦਾ ਪਾਪਾਂ ਰੂਪੀ ਠੰਡ ਪਾਲੇ ਦਾ ਦੁੱਖ ਚਲਿਆ ਜਾਂਦਾ। ਆਪਣੇ ਬੁਰਾਈ ਦੇ ਭੇਦ ਭਾਵ ਨੂੰ ਸੰਤ ਜਨ ਕੁਝ ਨਹੀਂ ਜਾਣਦੇ, ਹਮੇਸ਼ਾ ਸ਼ਾਂਤ ਸੁਭਾਅ ਧਾਰਨ ਕਰਕੇ ਰੱਖਦੇ। ਅੱਗ ਵਾਂਗ ਸੰਤ ਜਨਾਂ ਦੇ ਵੀ 4 ਸੁਭਾਅ ਨੇ। ਕਾਲ ਰੂਪੀ ਸ਼ੇਰ ਦਾ ਭੈ ਮਿਟ ਕੇ ਨਿਰਭੈ ਕਰ ਦਿੰਦੇ, ਗਿਆਨ ਦਾ ਪ੍ਰਕਾਸ਼ ਕਰਦੇ, ਪਾਪਾਂ ਰੂਪ ਪਾਲੇ ਨੂੰ ਲਾ ਕੇ ਅਗਿਆਨ ਰੂਪ ਕੂੜੇ ਕਚੜੇ ਨੂੰ ਸਾੜ ਦਿੰਦੇ ਹਨ। ਚਰਨ ਸਰਨ ਸਨਾਥ ਉਹ ਮਨ। ਸੰਤ ਜਨ ਪਾਤਸ਼ਾਹ ਜੀ ਫਰਮਾਉਂਦੇ ਨੇ, ਰੰਗ ਰਾਤੇ ਲਾਲ। ਪਿਆਰੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਤੇ ਹੋਏ ਨੇ। ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਓਟ ਵਿੱਚ ਪੈ ਕੇ ਇਸ ਮਨ ਦੀ ਕਲਿਆਣ ਹੁੰਦੀ ਹੈ। ਗੋਪਾਲ ਗੁਣ ਨਿਤ ਗਾਉ ਨਾਨਕ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਮੇਰਿਆ ਮਨਾ, ਪਰਮੇਸ਼ਰ ਦੇ ਗੁਣਾਂ ਨੂੰ ਤੂੰ ਨਿਤਾ ਪ੍ਰਤੀ ਗਾਉਣਾ ਕਰ। ਭਏ ਪ੍ਰਭ ਕਿਰਪਾਲ। ਸੋ ਜੋ ਗਾਉਂਦੇ ਨੇ ਉਹਨਾਂ ਉੱਪਰ ਪਰਮੇਸ਼ਰ ਜੀ ਸਾਧ ਸੰਗਤ ਜੀਓ ਕਿਰਪਾਲੂ ਹੋ ਜਾਂਦੇ ਨੇ। ਇਸ ਲਈ ਜਿੰਨੇ ਵੀ ਪਰਮਾਤਮਾ ਦੀ ਕਿਰਪਾ ਹਾਸਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਵਾਹਿਗੁਰੂ ਜੀ ਦੇ ਗੁਣ ਗਾਉਣੇ ਸ਼ੁਰੂ ਕਰੇ। ਜੇ ਗੁਣ ਗਾਵਾਂਗੇ, ਵੇਖੋ ਜਿੰਨੀ ਖੁਸ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭਾਈ ਮਰਦਾਨਾ ਸਾਹਿਬ 'ਤੇ ਸੀ, ਓਨੀ ਖੁਸ਼ੀ ਕਿਸੇ ਹੋਰ 'ਤੇ ਨਹੀਂ ਸੀ। ਸਕੇ ਸਤਿਗੁਰੂ ਮਹਾਰਾਜ ਜੀ ਦੇ ਆਪ ਦੇ ਮਹਿਲ ਜੋ ਮਾਤਾ ਸੁਲੱਖਣੀ ਜੀ ਸਨ, ਉਹਨਾਂ ਦੇ ਵੀ ਮਹਾਰਾਜ ਉਹਨੇ ਖੁਸ਼ ਨਹੀਂ ਸਨ ਜਿੰਨੇ ਭਾਈ ਮਰਦਾਨਾ ਸਾਹਿਬ 'ਤੇ। ਆਪਦੀ ਮਾਤਾ 'ਤੇ ਵੀ ਉਹਨੇ ਖੁਸ਼ ਨਹੀਂ ਸਨ। ਇਉਂ ਗੁਰੂ ਮਹਾਰਾਜ ਨੇ ਸਾਰੀ ਉਮਰ ਆਪਦੇ ਚਰਨਾਂ ਦੇ ਵਿੱਚ ਭਾਈ ਮਰਦਾਨਾ ਸਾਹਿਬ ਨੂੰ ਜਗ੍ਹਾ ਦੇ ਕੇ ਰੱਖੀ। ਇਸ ਲਈ ਜੇ ਵਾਹਿਗੁਰੂ ਦੀ ਕਿਰਪਾ ਹਾਸਲ ਕਰਨੀ ਹੋਵੇ, ਜਾਂ ਤਾਂ ਕੀਰਤਨ ਕਰੋ, ਜਾਂ ਕਥਾ ਕਰੋ, ਜਾਂ ਗੁਰਬਾਣੀ ਦਾ ਪਾਠ ਗੁਰੂ ਮਹਾਰਾਜ ਦੇ ਸਨਮੁਖ ਬੈਠ ਕੇ। ਹੋਰ ਨਹੀਂ ਕੁਝ ਕਰ ਸਕਦੇ ਤਾਂ ਸੁਖਮਨੀ ਸਾਹਿਬ ਦਾ ਪਾਠ ਹੀ ਪੜ੍ਹੀਏ, ਜਿਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਣ। ਪਾਠ ਦੇ ਵਿੱਚ, ਗੁਰਬਾਣੀ ਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਉਚਾਰਨ ਕੀਤੇ ਹੋਏ ਹਨ। ਇੱਥੇ ਸਾਧ ਸੰਗਤ ਜੀਓ ਲੜੀਵਾਰ ਕਥਾ ਦੀ ਸਮਾਪਤੀ ਹੈ। ਅੱਜ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਵੀ ਹੈ। ਇਸ ਲਈ ਆਪ ਨੂੰ ਵਧਾਈ ਦੇਣੀ ਬਣਦੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਅਵਤਾਰ ਗੁਰਪੁਰਬ ਦੀ ਆਪ ਸਮੂਹ ਸੰਗਤਾਂ ਨੂੰ ਜੋ ਗੁਰੂ ਘਰ ਆਈਆਂ ਹੋ, ਗੁਰਦੁਆਰੇ ਵੱਲੋਂ, ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੋਢ ਵੰਸ਼ ਵਿੱਚ ਪ੍ਰਗਟ ਹੋਏ ਅਤੇ ਕੀਰਤਪੁਰ ਸਾਹਿਬ ਮਹਾਰਾਜ ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਗੁਰਦੁਆਰਾ ਹੈ, ਉੱਥੇ ਪਾਤਸ਼ਾਹ ਜੀ ਜੋ 7ਵੇਂ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਗ੍ਰਹਿ ਵਿਖੇ ਅਤੇ ਮਾਤਾ ਕ੍ਰਿਸ਼ਨ ਗੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਸਾਧ ਸੰਗਤ ਜੀਓ ਗੁਰੂ ਸਾਹਿਬ ਨੇ ਗੁਰੂ ਨਾਨਕਸ਼ਾਹੀ ਸੰਮਤ 187 1713 ਬਿਕਰਮੀ ਸਾਵਨਵਦੀ ਨੌਵੀਂ ਨੂੰ ਦਿਨ ਵੀਰਵਾਰ 14 ਜੁਲਾਈ 1656 ਈਸਵੀ ਨੂੰ ਪੁਨਰਵਸੀ 7ਵੇਂ ਨਛੱਤਰ ਦੇ ਵਿੱਚ ਅਵਤਾਰ ਧਾਰਿਆ। ਗੁਰੂ ਮਹਾਰਾਜ ਦੇ ਵੱਡੇ ਭਰਾਤਾ ਸ਼੍ਰੀ ਬਾਬਾ ਰਾਮ ਰਾਏ ਜੀ ਵੀ ਸਨ।
ਨਾਨੇ ਦਾ ਨਾਮ ਸੀ ਰਾਜਾ ਰਾਮ, ਜੋ ਗੜ ਗੰਗਾ ਦਾ ਰਾਜਾ ਸੀਗਾ। ਗੜ ਗੰਗਾ ਦਾ ਰਾਜਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ 6ਵੇਂ ਪਾਤਸ਼ਾਹ ਦੇ, ਅਤੇ ਉਹਨੇ ਆਪਦੀਆਂ ਸੱਤੇ ਧੀਆਂ ਦੇ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਗੁਰੂ ਹਰਿ ਸਾਹਿਬ ਨਾਲ ਕਰ ਦਿੱਤੇ ਸਨ। ਤੋ ਮਾਤਾ ਰਾਮ ਕੌਰ ਤੋਂ ਬਾਬਾ ਰਾਮ ਰਾਏ ਦਾ ਅਵਤਾਰ ਹੋਇਆ ਸੀ, ਮਾਤਾ ਕ੍ਰਿਸ਼ਨ ਕੌਰ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਹੋਇਆ। ਅਤੇ ਮਹਾਰਾਜ ਜੀ ਦੀ ਅਵਸਥਾ 5.5 ਸਾਲ ਦੀ ਸੀ ਅਜੇ, ਜਦੋਂ 8 ਨਵੰਬਰ 1661 ਈਸਵੀ ਨੂੰ ਕੀਰਤਪੁਰ ਸਾਹਿਬ ਗੁਰੂ ਹਰਿ ਸਾਹਿਬ ਜੀ ਨੇ ਯੋਗ ਜਾਣ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਟੋਟਲ ਉਮਰ 7 ਸਾਲ 8 ਮਹੀਨੇ ਅਤੇ 24 ਦਿਨ ਹੋਈ ਗੁਰੂ ਸਾਹਿਬ ਜੀ ਦੀ। ਛੋਟੀ ਜਿਹੀ ਅਵਸਥਾ ਦੇ ਵਿੱਚ ਹੀ ਬੜੇ ਵੱਡੇ ਕਾਰਜ ਕਰਕੇ ਮਹਾਰਾਜ ਦੁਨੀਆ ਤੋਂ ਕੂਚ ਕਰ ਗਏ। ਗੁਰਿਆਈ ਸਮਾਂ ਕੇਵਲ 2 ਸਾਲ 5 ਮਹੀਨੇ ਅਤੇ 20 ਦਿਨ ਸੀਗਾ। ਜਦ 6ਵੇਂ ਪਾਤਸ਼ਾਹ ਕੋਲ ਸਾਡੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਗੁਰਤਾ ਗੱਦੀ ਬਾਰੇ ਬਚਨ ਕੀਤਾ, ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿ ਅਜੇ ਸਮਾਂ ਗੁਰੂ ਹਰਿ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਹੈ, ਵਾਹਿਗੁਰੂ ਵੱਲੋਂ ਉਹਨਾਂ ਦਾ ਸਮਾਂ ਥੋੜ੍ਹਾ ਹੈ, ਇਸ ਲਈ ਉਹਨਾਂ ਤੋਂ ਬਾਅਦ ਤੁਹਾਡੇ ਘਰ ਗੁਰਤਾ ਗੱਦੀ ਆਪ ਚੱਲ ਕੇ ਆਏਗੀ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਪਾਤਸ਼ਾਹੀ 7ਵੀਂ ਦੇ ਜੋਤੀ ਜੋਤ ਸਮਾਉਣ ਵਾਲੇ ਦਿਨ ਗੁਰਤਾ ਪ੍ਰਾਪਤ ਕੀਤੀ, ਅਤੇ ਆਪ ਮਹਾਰਾਜ ਨੇ ਬਾਬਾ ਬਸ ਹੈ ਬੀਚ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਦਿੱਲੀ ਵਿਖੇ ਬਚਨ ਕਰਕੇ ਅਤੇ ਨੇਤਰ ਸੰਤੋਖ ਲਏ ਸਨ। ਛੋਟੀ ਜਿਹੀ ਉਮਰ ਦੇ ਵਿੱਚ ਬੜੇ ਮਹਾਨ ਕੌਤਕ ਕੀਤੇ। ਕੀਰਤਪੁਰ ਸਾਹਿਬ ਇੱਕ ਗੱਦਾ ਚੋਰ ਸੀਗਾ, ਉਹਦੇ ਕੋਲੋਂ ਚੋਰੀ ਛੁਡਾਈ। ਇੱਕੋ ਹੀ ਪੰਕਤੀ ਪੜ੍ਹੀ ਬਾਣੀ ਦੀ ਕਥਾ ਕਰਦੇ ਹਾਂ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਸਿਉ ਕਿਉਂ ਹੋਏ। ਉਸੇ ਵਕਤ ਉਹ ਪੈਰਾਂ 'ਤੇ ਆ ਕੇ ਢਹਿ ਪਿਆ ਸੀ। ਇੱਕ ਸ਼ਾਹੂਕਾਰ ਜਿਹੜਾ ਜੰਮਦੀਆਂ ਧੀਆਂ ਮਾਰਦਾ ਸੀਗਾ, ਉਹਨੂੰ ਮਹਾਰਾਜ ਨੇ ਉਪਦੇਸ਼ ਦੇ ਕੇ ਅਤੇ ਸਾਧ ਸੰਗਤ ਜੀ ਉਹ ਚੰਗੇ ਜੀਵਨ ਵਾਲਾ ਬਣਾਇਆ। ਪੰਜੋਖਰਾ ਸਾਹਿਬ ਕੱਲ੍ਹ ਸੰਗਤਾਂ ਦਰਸ਼ਨ ਕਰਕੇ ਆਈਆਂ ਨੇ, ਉੱਥੇ ਮਹਾਰਾਜ ਨੇ ਨਿਸ਼ਾਨ ਸਾਹਿਬ ਕੱਢ ਕੇ ਵਰ ਦਿੱਤਾ ਕਿ ਕੋਈ ਵੀ ਗੂੰਗਾ ਬੋਲਾ ਜਾਂ ਕੋੜੀ ਪਿੰਗਲਾ ਕੋਈ ਵੀ ਰੋਗੀ ਆ ਕੇ ਇਸ਼ਨਾਨ ਕਰੇਗਾ ਉਹ ਤੰਦਰੁਸਤ ਹੋਏਗਾ। ਉੱਥੇ ਗੰਗੂ ਛੱਜੂ ਚੀਵਰ ਦੇ ਪਾਸੋਂ ਜਿਹੜਾ ਗੂੰਗਾ ਅਤੇ ਬੋਲਾ ਸੀਗਾ ਛੱਜੂ ਚੀਵਰ, ਅਤੇ ਲਾਲਨਾਮੇ ਪੰਡਤ ਦਾ ਹੰਕਾਰ ਤੋੜਿਆ, ਗੀਤਾ ਦੇ ਅਰਥ ਕਰਾ ਕੇ ਦਿੱਲੀ ਦੇ ਵਿੱਚ ਮਰੀ ਦੀ ਬਿਮਾਰੀ ਹਟਾਈ। ਇਸ ਲਈ ਸੰਗਤਾਂ ਅੱਜ ਵੀ ਉਹਨਾਂ ਨੂੰ ਯਾਦ ਕਰਦੀਆਂ ਨੇ। ਸ੍ਰੀ ਹਰਿਕ੍ਰਿਸ਼ਨ ਤਿਹਾਈ ਹੈ ਜਿਸ ਡਿਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਹੀ ਮੰਜਿਆਂ 'ਤੇ ਪੈ ਕੇ ਰੋਗੀ ਆਉਂਦੇ, ਅਤੇ ਸਾਧ ਸੰਗਤ ਜੀ ਉਹ ਆਪ ਪੈਰਾਂ ਨਾਲ ਤੁਰ ਕੇ ਆਪਦੇ ਘਰਾਂ ਨੂੰ ਜਾਂਦੇ ਸਨ। ਐਸੀ ਮਹਾਰਾਜ ਦੀ ਮਹਿਮਾ ਹੈ। ਅੱਜ ਉਹਨਾਂ ਦਾ ਪਾਵਨ ਗੁਰਪੁਰਬ ਹੈ। ਆਪ ਵੀ ਗੁਰੂ ਚਰਨਾਂ 'ਚ ਬੈਠੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਾਸਲ ਕਰ ਰਹੇ ਹੋ। ਸਤਿਗੁਰੂ ਰਹਿਮਤ ਕਰਨ, ਸਾਡੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਸਾਨੂੰ ਵੀ ਸਿੱਖੀ ਨਾਮ ਦਾਨ ਦੀ ਬਖਸ਼ਿਸ਼ ਕਰਨ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਚਰਨ ਸਰਨ ਸਨਾਥ ਹੋ ਮਨ ਰੰਗ ਰਾਤੇ ਲਾਲ, ਗੋਪਾਲ ਗੁਣ ਨਿਤ ਗਾਓ ਨਾਨਕ ਭਈ ਪ੍ਰਭ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।